ਉਹਨਾਂ ਦੀ ਰਾਜਨੀਤਿਕ ਕੰਪਲਸ਼ਨ ਹੀ ਕੋਈ ਰਹਿ ਗਈ ਜਿਹਦੇ ਕਰਕੇ ਅਦਰਵਾਈਜ਼ ਭਾਰਤੀ ਜਨਤਾ ਪਾਰਟੀ ਨੂੰ ਕੋਈ ਵੀ ਦੋਸ਼ ਦੇ ਕੇ ਉਹ ਕਹਿਣ ਕਿ ਅਸੀਂ ਇਹਦੇ ਕਰਕੇ ਛੱਡ ਗਿਆ, ਉਹ ਗਲਤ ਹੈ। ਵੱਡੇ ਬਾਦਲ ਸਾਹਿਬ ਨੇ ਵੀ ਇਹ ਬੜੇ ਜ਼ੋਰ ਸ਼ੋਰ ਨਾਲ ਕਿਹਾ ਕਿ ਮੈਂ ਤਿੰਨੋਂ ਬਿੱਲ ਦੇਖੇ ਔਰ ਤਿੰਨੋਂ ਬਿੱਲ ਜਿਹੜੇ ਕਿਸਾਨ ਦੇ ਹਿੱਤ 'ਚ ਹੈ। ਇਹ ਅਕਾਲੀ ਦਲ ਨੇ ਗਠਬੰਧਨ ਤੋੜਿਆ, ਬੀਜੇਪੀ ਨੇ ਨਹੀਂ। ਤੇ ਇਹ ਮੈਂ ਕਹਿ ਸਕਦਾ ਕਿ ਵੀ ਰਾਜਨੀਤਿਕ ਤੌਰ ਤੇ ਉਹਨਾਂ ਨੇ ਆਪਣਾ ਸੁਸਾਈਡ ਕੀਤਾ ਔਰ ਆਪਣੇ ਪੈਰਾਂ 'ਚ ਕੁਲਾੜੀ ਮਾਰੀ ਹੈ। ਅਗਰ ਅਸੀਂ ਕਿਤੇ ਕੋਈ ਕੰਮ ਲੈ ਕੇ ਜਾਂਦੇ ਸੀ ਕੇਂਦਰ ਕੋਲ ਤਾਂ ਸਾਨੂੰ ਇਨਕਾਰ ਕਰ ਦਿੰਦੇ ਸੀ, ਪਰ ਬਾਦਲ ਸਾਹਿਬ ਨੂੰ ਕਦੀ ਇਨਕਾਰ ਨਹੀਂ ਕੀਤਾ। ਔਰ ਇਹ ਇੱਕ ਵਾਰੀ ਨਹੀਂ, ਬਾਦਲ ਸਾਹਿਬ ਨੇ ਮੇਰਾ ਹਾਲ ਪਤਾ ਨਹੀਂ ਕਿੰਨੀਆਂ ਸਟੇਜਾਂ ਦੇ ਉੱਤੇ ਇਹ ਗੱਲ ਕਹੀ ਹੈ ਕਿ ਵੀ ਮੇਰਾ ਸਤਿਕਾਰ ਬੀਜੇਪੀ ਵਾਲਿਆਂ ਨੇ ਬਹੁਤ ਕੀਤਾ। ਔਰ ਮਨਪ੍ਰੀਤ ਬਾਦਲ ਜੀ ਨੇ ਬੜੀ ਛਾਤੀ ਠੋਕ ਕੇ ਕਿਹਾ ਸੀ ਕਿ ਤੁਸੀਂ ਤਾਂ ਅੱਜ ਗੱਲ ਕਰਨ ਲੱਗੇ ਹਾਂ, ਅਸੀਂ ਤਾਂ 2017 'ਚ ਲਾਗੂ ਵੀ ਕਰਤਾ। ਭਾਵ ਉਸੇ ਚੀਜ਼ ਦੇ ਉੱਤੇ ਉਹ ਛਾਤੀ ਠੋਕ ਰਿਹਾ ਸੀ। ਅੱਜ ਜਿਹੜੇ ਕਾਂਗਰਸ, ਕਮਿਊਨਿਸਟ, ਆਮ ਆਦਮੀ ਪਾਰਟੀ ਔਰ ਅਕਾਲੀ ਵੀ ਨਾਲ ਰਲ ਗਏ। ਇਹ ਐਸੇ ਠੱਗ ਨਾਲ ਰਲ ਗਏ ਕਿ ਕਿਸਾਨ ਦਾ ਦਿਮਾਗ ਉਸ ਵੱਛੀ ਨੂੰ ਜਾਂ ਉਸ ਗਾਂ ਨੂੰ ਕੁੱਤਾ ਬਣਾਉਣ ਡਏ ਨੇ। ਔਰ ਮੈਂ ਬੜੇ ਦਾਅਵੇ ਨਾਲ ਕਹਿਣਾ ਕਿ ਬਿੱਲ ਜਿਹੜੇ ਆ ਤਿੰਨੋਂ ਹੀ ਕਿਸਾਨਾਂ ਦੇ ਹਿੱਤ 'ਚ, ਔਰ ਕਿਸਾਨਾਂ ਦੇ ਹਿੱਤ 'ਚ ਨਰਿੰਦਰ ਮੋਦੀ ਜੀ ਨੇ ਹਮੇਸ਼ਾ ਜਿਹੜਾ ਆਪਣਾ ਕੰਮ ਕੀਤਾ। ਪੰਜਾਬ ਦੇ ਵਿੱਚ ਇਸ ਸਮੇਂ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਸੰਘਰਸ਼ ਕਰ ਰਹੀਆਂ ਨੇ ਤੇ ਸਿਆਸੀ ਧਿਰਾਂ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਉਥਲ-ਪੁਥਲ ਚੱਲਦੀ ਪਈ ਹੈ। ਔਰ ਇਸ ਉਥਲ-ਪੁਥਲ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਕਿ ਲਗਭਗ 2.5 ਦਹਾਕਿਆਂ ਦਾ ਗੱਠਜੋੜ ਜਿਹੜਾ ਅਕਾਲੀ ਭਾਜਪਾ ਦਾ ਸੀ ਉਹ ਟੁੱਟ ਗਿਆ ਤੇ ਤੋੜਨ ਦਾ ਐਲਾਨ ਕੀਤਾ ਗਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ। ਇਸ ਵੇਲੇ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ, ਸਾਬਕਾ ਯੂਨੀਅਨ ਮਿਨਿਸਟਰ ਵਿਜੇ ਸਾਂਪਲਾ ਜੀ ਮੌਜੂਦ ਨੇ। ਗੱਲਬਾਤ ਕਰਾਂਗੇ। ਸਾਂਪਲਾ ਜੀ, ਸਭ ਤੋਂ ਪਹਿਲਾਂ ਤਾਂ ਟੀਵੀ ਪੰਜਾਬ ਤੇ ਤੁਹਾਨੂੰ ਜੀ ਆਇਆਂ ਕਹਿੰਦੇ। ਬਹੁਤ ਬਹੁਤ ਧੰਨਵਾਦ। ਔਰ ਜਿਹੜਾ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ। ਸਾਂਪਲਾ ਸਾਹਿਬ, ਪੰਜਾਬ ਦੀ ਕਮਾਨ ਤੁਹਾਡੇ ਕੋਲ ਵੀ ਰਹੀ ਹੈ, ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕੇਂਦਰ ਦੇ ਵਿੱਚ ਵੀ ਤੁਸੀਂ ਯੂਨੀਅਨ ਮਿਨਿਸਟਰ ਦੇ ਤੌਰ ਤੇ ਕੀਤੀ ਆ। ਗੱਠਜੋੜ ਅੱਜ ਦਾ ਨਹੀਂ ਆ, 2.5 ਦਹਾਕਿਆਂ ਦਾ ਲੰਬਾ ਸਮਾਂ। ਤੇ ਕਈ ਭਾਰਤੀ ਜਨਤਾ ਪਾਰਟੀ ਦੇ ਲੀਡਰ ਤਾਂ ਇਹ ਵੀ ਕਹਿੰਦੇ ਨੇ ਕਿ 2.5 ਦਹਾਕੇ ਤਾਂ ਸਿਰਫ ਗਿਣਤੀ 'ਚ ਆਉਂਦੇ, ਇਹਦੇ ਤੋਂ ਪਹਿਲਾਂ ਹੀ ਸਾਡੇ ਸਬੰਧ ਬਹੁਤ ਵਧੀਆ ਸੀਗੇ ਅਕਾਲੀ ਦਲ ਦੇ ਨਾਲ ਜਾਂ ਫਿਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ। ਇੱਕਦਮ ਤੋੜ ਵਿਛੋੜਾ, ਇੱਕਦਮ ਐਲਾਨ ਕਿ ਅਸੀਂ ਅੱਜ ਤੋਂ ਬਾਅਦ ਜਿਹੜਾ ਆ ਉਹ ਭਾਰਤੀ ਜਨਤਾ ਪਾਰਟੀ ਤੋਂ ਵੱਖਰੇ ਹੁੰਦੇ। ਭਾਰਤੀ ਜਨਤਾ ਪਾਰਟੀ ਇਸ ਅਕਾਲੀ ਦਲ ਦੇ ਫੈਸਲੇ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ? ਦੇਖੋ, ਮੈਂ ਤਾਂ ਇਹ ਕਹਾਂਗਾ ਕਿ ਭਾਰਤੀ ਜਨਤਾ ਪਾਰਟੀ ਨੇ ਆਪਣਾ ਗਠਬੰਧਨ ਧਰਮ ਜਿਹੜਾ ਆ ਪੂਰੀ ਤਰ੍ਹਾਂ ਬਾਖੂਬੀ ਨਿਭਾਇਆ। ਔਰ ਗਠਬੰਧਨ ਦੇ ਧਰਮ ਨਿਭਾਉਣ ਲੱਗਿਆ ਉਹਨਾਂ ਨੇ ਕੋਈ ਕੋਰ ਕਸਰ ਨਹੀਂ ਛੱਡੀ। ਤੁਸੀਂ ਮੀਡੀਆ ਦੇ ਸਾਰੇ ਲੋਕ ਇਹ ਦੇਖਦੇ ਆ ਕਿ ਜਦੋਂ ਤੋਂ ਗਠਬੰਧਨ ਹੋਇਆ ਸਾਨੂੰ ਕਈ ਵਾਰ ਐਸਾ ਮੌਕੇ ਆਏ ਕਿ ਮੀਡੀਆ ਨੂੰ ਵੀ ਸਾਨੂੰ ਆਣ ਕੇ ਖਰੀਦਣਾ ਸ਼ੁਰੂ ਕੀਤਾ, ਜਾਂ ਆਲੇ ਦੁਆਲੇ ਹੋਰ ਸਮਾਜ ਦੇ ਲੋਕਾਂ ਨੇ ਵੀ ਕਿਹਾ ਕਿ ਵੀ ਤੁਸੀਂ ਇਹਨਾਂ ਨਾਲ ਕਿਉਂ ਸਮਝੌਤਾ ਕਰਕੇ ਬੈਠੇ ਹੋ, ਤੁਹਾਡਾ ਨੁਕਸਾਨ ਹੋ ਗਿਆ, ਆਹ ਹੋ ਗਿਆ। ਅਸੀਂ ਉਹ ਨੁਕਸਾਨ ਝੱਲਣਾ ਬਰਦਾਸ਼ਤ ਕੀਤਾ, ਪਰ ਆਪਣਾ ਗਠਬੰਧਨ ਧਰਮ ਜਿਹੜਾ ਸੀ ਉਹ ਨਿਭਾਇਆ। ਨਹੀਂ ਤਾਂ ਐਗਜ਼ਾਮਪਲ ਜਿਹੜੀ ਆ ਤੁਸੀਂ 2017 ਦੇ ਚੁਣਾਵਾਂ ਦੇ ਵਿੱਚ ਸਾਰੇ ਪਾਸੇ ਰੌਲਾ ਸੀ ਕਿ ਬੀਜੇਪੀ ਇਕੱਲੀ ਲੜੇਗੀ ਤੇ ਅਸੀਂ ਜਿਹੜੇ ਜ਼ਿਆਦਾ ਸੀਟਾਂ ਲੈ ਸਕਦੇ ਹਾਂ। ਪਰ ਸਾਡੇ ਕੇਂਦਰ ਨੇ ਸਿੱਧਾ, ਕਿਉਂਕਿ ਉਸ ਵੇਲੇ ਮੈਂ ਪ੍ਰਧਾਨ ਵੀ ਸੀ ਕੇਂਦਰ ਦਾ, ਸਿੱਧਾ ਦਿਸ਼ਾ ਨਿਰਦੇਸ਼ ਸੀ ਕਿ ਸਾਨੂੰ ਭਾਵੇਂ ਕੋਈ ਸੀਟ ਮਿਲੇ ਜਾਂ ਨਾ ਮਿਲੇ, ਸਰਕਾਰ ਬਣੇ ਨਾ ਬਣੇ, ਇਹਦੀ ਚਿੰਤਾ ਨਾ ਕਰੋ। ਸਾਡਾ ਗਠਬੰਧਨ ਜਿਹੜਾ ਹੈ, ਅਸੀਂ ਉਹ ਗਠਬੰਧਨ ਕਿਸੇ ਵੀ ਹਾਲਤ 'ਚ ਤੋੜਨਾ ਨਹੀਂ ਹੈ। ਔਰ ਇਸ ਕਰਕੇ ਜੋ ਵੀ ਚਾਹੇ ਸਾਡਾ ਨਫਾ ਹੋਵੇ ਚਾਹੇ ਨੁਕਸਾਨ ਹੋਵੇ, ਅਸੀਂ ਆਪਣੇ ਗਠਬੰਧਨ ਨੂੰ ਮਜ਼ਬੂਤ ਰੱਖਣਾ। ਭਾਵ ਅਸੀਂ ਆਪਣਾ ਉਸ ਵੇਲੇ ਵੀ ਗਠਬੰਧਨ ਧਰਮ ਨਿਭਾਇਆ। ਹੁਣ ਜਿਹੜੇ ਆ ਇਸ ਵੇਲੇ ਵੀ ਕਹਿ ਦਈਏ ਕਿ ਅੱਜ ਅਕਾਲੀ ਦਲ ਸਾਨੂੰ ਛੱਡ ਕੇ ਗਿਆ, ਇਹ ਉਹਦੀ ਇੱਛਾ ਆ। ਜਾਣਾ ਚਾਹੇ ਤਾਂ ਜਾ ਸਕਦਾ, ਕਿਉਂਕਿ ਆਜ਼ਾਦ ਲੋਕਤੰਤਰ ਹੈ, ਇਹਦੇ 'ਚ ਜਾ ਸਕਦਾ। ਪਰ ਜਿਨ੍ਹਾਂ ਕਾਰਨਾਂ ਕਰਕੇ ਗਿਆ ਉਹ ਕਾਰਨ ਕਿਤੇ ਨਹੀਂ। ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਜਿਹੜਾ ਬਿੱਲ ਦੀ ਸਾਰੀ ਜਾਣਕਾਰੀ ਉਹਨਾਂ ਨੂੰ ਸੀ, ਬਿੱਲ ਉਹਨਾਂ ਨੇ ਦੇਖਿਆ ਹੀ ਨਹੀਂ, ਬਿੱਲ ਦੀ ਵਕਾਲਤ ਵੀ ਕੀਤੀ। ਇੱਥੋਂ ਤੱਕ ਕਿ ਵੱਡੇ ਬਾਦਲ ਸਾਹਿਬ ਨੇ ਵੀ ਇਹ ਬੜੇ ਜ਼ੋਰ ਸ਼ੋਰ ਨਾਲ ਕਿਹਾ
ਕਿ ਮੈਂ ਤਿੰਨੋਂ ਬਿੱਲ ਦੇਖੇ ਔਰ ਤਿੰਨੋਂ ਬਿੱਲ ਜਿਹੜੇ ਆ ਕਿਸਾਨ ਦੇ ਹਿੱਤ 'ਚ ਹੈ। ਸੋ ਜਦੋਂ ਉਹ ਆਪ ਵੀ ਪ੍ਰੈਸ ਕਾਨਫਰੰਸ ਕਰਦੇ ਆ ਔਰ ਮੀਟਿੰਗਾਂ 'ਚ ਵੀ ਬੈਠਦੇ ਆ, ਕੈਬਨਿਟ ਦੇ ਵਿੱਚ ਵੀ ਅਪਰੂਵ ਹੁੰਦਾ, ਉਦੋਂ ਵੀ ਉਹਦੇ ਵਿੱਚ ਬੈਠ ਕੇ ਅਪਰੂਵ ਕਰਦੇ ਨੇ, ਕਿਉਂਕਿ ਕੈਬਨਿਟ 'ਚ ਤੇ ਅਪਰੂਵ ਹੋ ਗਿਆ ਜੂਨ ਦੇ 5 ਜੂਨ ਨੂੰ ਤੇ ਅੱਜ ਕੀ ਹੈ, ਅੱਜ ਹੋ ਗਿਆ ਤੁਹਾਡੇ ਮੰਨ ਲਓ ਉਹਨਾਂ ਨੇ ਜਦੋਂ ਤੋੜਿਆ ਉਸ ਵੇਲੇ ਸੈਪਟੰਬਰ ਚੱਲ ਰਿਹਾ ਸੀ ਤੇ ਭਾਵ ਇਹ ਜਿਹੜੇ 3 ਮਹੀਨਿਆਂ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਵਕਾਲਤ ਵੀ ਕੀਤੀ, ਸਭ ਕੁਝ ਕੀਤਾ। ਉਸ ਤੋਂ ਪਹਿਲਾਂ ਵੀ ਜਿਹੜੀ ਵਕਾਲਤ ਕਰਦੇ ਆਏ ਆ, ਐਸੀ ਤਾਂ ਕੋਈ ਗੱਲ ਕਿਸੇ ਨੂੰ ਸਮਝ ਨਹੀਂ ਆਉਣੀ ਚਾਹੀਦੀ, ਕਿਸੇ ਨੂੰ ਨਹੀਂ ਆ ਰਹੀ ਕਿ ਵੀ ਉਹਨਾਂ ਨੇ ਕਿਉਂ ਚੁਣਿਆ। ਅਖੀਰ ਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਉਹਨਾਂ ਦੀ ਰਾਜਨੀਤਿਕ ਕੰਪਲਸ਼ਨ ਹੀ ਕੋਈ ਰਹਿ ਗਈ, ਜਿਹਦੇ ਕਰਕੇ ਅਦਰਵਾਈਜ਼ ਭਾਰਤੀ ਜਨਤਾ ਪਾਰਟੀ ਨੂੰ ਕੋਈ ਵੀ ਦੋਸ਼ ਦੇ ਕੇ ਉਹ ਕਹਿਣ ਕਿ ਅਸੀਂ ਇਹਦੇ ਕਰਕੇ ਛੱਡ ਗਿਆ, ਉਹ ਗਲਤ ਹੈ। ਇੱਕ ਚੀਜ਼ ਜ਼ਰੂਰ ਇੱਥੇ ਮੰਨੀ ਜਾ ਸਕਦੀ ਹੈ, ਜਦੋਂ ਕੋਈ ਜਾਂਦਾ ਹੈ ਨਾ ਤੁਹਾਡੇ ਨਾਲ ਟੁੱਟਦਾ ਆ, ਇੱਕ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ ਕਿ ਇਹਨੂੰ ਮਨਾ ਲਿਆ ਜਾਵੇ, ਇਹਨੂੰ ਰੋਕ ਲਿਆ ਜਾਵੇ। ਇੱਥੇ ਇਹ ਵੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਅਸਤੀਫਾ ਦਿੰਦੀ ਆ, ਫਟ ਅਸਤੀਫਾ ਕਬੂਲ ਕਰ ਲਿਆ ਜਾਂਦਾ ਤੇ ਮਨਾਇਆ ਨਹੀਂ ਜਾਂਦਾ ਇੱਕ ਤਰੀਕੇ ਨਾਲ ਦੇਖਿਆ ਜਾਵੇ। ਉਸ ਤੋਂ ਬਾਅਦ ਸੁਖਬੀਰ ਬਾਦਲ ਹੋਰੀ ਕਹਿੰਦੇ ਆ ਕਿ ਗੱਠਜੋੜ ਟੁੱਟਾ। ਉਸ ਤੋਂ ਬਾਅਦ ਕੋਰ ਕਮੇਟੀ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਬੈਠਕ ਰੱਖ ਲਈ ਜਾਂਦੀ ਹੈ। ਇਹ ਕਿਤੇ ਵੀ ਪੁਲ ਦੁਬਾਰਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਸਾਂਝ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਇਸ ਕਰਕੇ ਕਿ ਲਗਭਗ ਤੈਅ ਹੀ ਆ ਹੁਣ ਕਿ ਉਹਨਾਂ ਦਾ ਰਾਹ ਵੱਖਰਾ ਹੋ ਗਿਆ, ਭਾਰਤੀ ਜਨਤਾ ਪਾਰਟੀ ਦਾ ਰਾਹ ਵੱਖਰਾ ਹੋ ਗਿਆ, ਜਾਂ ਕਾਰਨ ਕੁਝ ਹੋਰ ਨੇ? ਉਹ ਕਾਰਨ ਤਾਂ ਤੁਸੀਂ ਆਪ, ਇਹ ਤਾਂ ਅਕਾਲੀ ਦਲ ਜ਼ਿਆਦਾ ਬਿਹਤਰ ਤੁਹਾਨੂੰ ਦੱਸ ਸਕਦਾ ਕਿ ਕਾਰਨ ਕੀ ਰਹੇ ਨੇ। ਜਿੱਥੇ ਤੱਕ ਤੁਸੀਂ ਮਨਾਉਣ ਦੀ ਗੱਲ ਕਰ ਰਹੇ ਹੋ, ਜੇ ਤਾਂ ਕੋਈ ਆਦਮੀ ਆਕਰੋਸ਼ ਦੇ ਰੂਪ ਦੇ ਵਿੱਚ ਇਹ ਕਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ, ਸਾਡੀ ਗੱਲ ਸੁਣੋ, ਤਾਂ ਫਿਰ ਨਾ ਸੁਣੀ ਗਈ ਹੋਵੇ ਤਾਂ ਫਿਰ ਹੁਣ ਉਹ ਕਹੀ ਜਾਂਦੇ ਕਿ ਅਸੀਂ ਉਹਨਾਂ ਨੂੰ ਜਿਹੜੇ ਸੁਝਾਅ ਦਿੱਤੇ ਸੀ ਸਾਡੇ ਮੰਨੇ ਨਹੀਂ ਗਏ। ਜਦੋਂ ਤੁਹਾਨੂੰ ਕਦੀ ਕੋਈ ਚਿੱਠੀ ਦਿਖਾ ਲੈਣ ਕਿ ਜਿਹੜਾ ਉਹਨਾਂ ਨੇ ਸੁਝਾਅ ਦਿੱਤਾ ਸੀ ਔਰ ਸਰਕਾਰ ਨੇ ਉਹਨਾਂ ਨੂੰ ਕੀ ਜਵਾਬ ਦਿੱਤਾ, ਉਹ ਦੇਖ ਲੈਣ। ਸੋ ਇਹ ਇੱਕ ਗੁੰਮਰਾਹ ਕਰਨ ਲਈ ਵਿਚਾਰ ਤਾਂ ਜਿਹੜੇ ਭਾਸ਼ਣ ਤਾਂ ਕੰਨ 'ਚ ਤਾਂ ਠੀਕ ਲੱਗਦਾ, ਹਕੀਕਤ ਤੋਂ ਬਹੁਤ ਦੂਰ ਨੇ। ਹਾਂ, ਅਲਬੱਤਾ ਜਿਹੜੀ ਹੈ ਮਨਾਉਣ ਦੀ ਕੋਸ਼ਿਸ਼, ਐਸਾ ਨਹੀਂ ਹੈ ਕਿ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਪਰ ਜਦੋਂ ਤੁਸੀਂ ਪਬਲਿਕਲੀ ਆਣ ਕੇ ਕਹਿ ਦਿਓ ਸਾਡਾ ਤੁਹਾਡਾ ਜਿਹੜਾ ਖਤਮ ਸੰਬੰਧ, ਜੇ ਤਾਂ ਉਹ ਕਹੇ ਕਿ ਵੀ ਸਾਡੀਆਂ ਸ਼ਰਤਾਂ ਮੰਨੋ ਤਾਂ ਅਸੀਂ ਕਰਾਂਗੇ, ਜੇ ਫਿਰ ਉਹਦੇ 'ਤੇ ਵਿਚਾਰ ਵਟਾਂਦਰਾ ਕਰਾਂਗੇ। ਜੇ ਅਸੀਂ ਕਹਿੰਦੇ ਮੈਂ ਘਰੇ ਗਿਆ ਹੀ ਛੱਡ ਗਿਆ ਵੀ ਤੁਹਾਡਾ ਆਪਣਾ ਰਾਹ ਵੱਖਰਾ ਮੇਰਾ, ਔਰ ਇਹ ਅਸੀਂ ਥੋੜ੍ਹਾ ਕਿਹਾ ਜੀ, ਇਹ ਉਹਨਾਂ ਨੇ ਕਿਹਾ। ਔਰ ਅਸੀਂ ਆਪਣਾ ਗਠਬੰਧਨ ਧਰਮ ਜਿਹੜਾ ਆ ਉਹ ਨਿਭਾਇਆ ਔਰ ਜਾਣੀ ਉਹਦੇ 'ਚ ਕੋਈ ਕੋਰ ਕਸਰ ਨਹੀਂ ਛੱਡੀ, ਇਹ ਸਾਰੇ ਤੁਸੀਂ ਜਾਣਦੇ ਹੋ। ਤੁਸੀਂ ਕਹਿੰਦੇ ਗਠਬੰਧਨ ਧਰਮ ਨਿਭਾਇਆ, ਕਿਤੇ ਉਹ ਗੱਲਾਂ ਤਾਂ ਨਹੀਂ ਵਿੱਚ ਇਸ ਵਾਰੀ ਬਹਾਨਾ ਇਹ ਬਣ ਗਿਆ ਤੇ ਗੱਲਾਂ ਉਹ ਆ ਗਈਆਂ ਜਦੋਂ ਨਵੇਂ ਪ੍ਰਧਾਨ ਪੰਜਾਬ ਦੇ ਥਾਪੇ ਗਏ ਅਸ਼ਵਨੀ ਸ਼ਰਮਾ ਜੀ, ਤੇ ਉਸ ਤਾਜਪੋਸ਼ੀ ਦੇ ਸਮੇਂ ਜਲੰਧਰ ਦੇ ਵਿੱਚ ਜਿਹੜੀ ਹੋਈ ਸੀ, ਬਕਾਇਦਾ ਅਸੀਂ ਵੀ ਉਹਨੂੰ ਕਵਰ ਕਰਨ ਲਈ ਪਹੁੰਚੇ ਸੀਗੇ, ਤੇ ਉੱਥੇ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਹੁਣ ਅਸੀਂ ਪਿੱਛੇ ਲੱਗ ਕੇ ਨਹੀਂ ਚੱਲਣਾ, ਵੱਡੇ ਭਰਾ ਬਣ ਕੇ ਚੱਲਣਾ, 58 ਵੀ ਨਹੀਂ 59 ਸੀਟਾਂ ਤੇ ਚੋਣ ਲੜਨੀ ਆ। ਤੇ ਅਕਾਲੀ ਦਲ ਨੂੰ ਇਹੀ ਲੱਗਦਾ ਸੀਗਾ ਕਿ ਜੇ ਬਣੇ ਰਹੇ ਤੇ ਕਿਤੇ ਉਹੀ ਗੱਲ ਨਾ ਹੋਵੇ 22 ਦੇ ਵਿੱਚ। ਦੇਖੋ, ਇਹ ਪਹਿਲੀ ਵਾਰ ਨਹੀਂ ਹੋਇਆ। ਪਹਿਲੀ ਗੱਲ ਤਾਂ ਕਿਸੇ ਪੰਜਾਬ ਦੇ ਪ੍ਰਧਾਨ ਨੇ ਸ਼ਬਦ ਨਹੀਂ ਕਹੇ ਜੀ। ਜਿੱਥੇ ਤੱਕ ਬਾਕੀਆਂ ਦੇ ਕਹਿਣ ਦੀ ਗੱਲ ਸੀ ਜਾਂ ਬੋਲਣ ਦੀ ਗੱਲ ਸੀ, ਤਾਂ ਪਹਿਲਾਂ ਤੋਂ ਅੱਜ ਤੋਂ ਥੋੜ੍ਹਾ ਕਈ ਵਾਰੀ ਬੋਲਦੇ ਸੀ। ਅਕਾਲੀ ਕਹਿੰਦੇ ਸੀ ਅਸੀਂ ਇਹਨਾਂ ਨੂੰ 5 ਸੀਟਾਂ ਹੀ ਦੇਣੀਆਂ, 23 ਵੀ ਨਹੀਂ ਬਣਦੀਆਂ, ਐਸੀ ਮੌਕੇ ਵੀ ਆਏ, ਠੀਕ ਹੈ। ਔਰ ਬੀਜੇਪੀ ਸ਼ੁਰੂ ਤੋਂ ਕਹਿੰਦੀ ਸੀ ਕਿ ਸਾਡੀਆਂ ਸੀਟਾਂ ਵਧਾਉਣੀਆਂ ਚਾਹੀਦੀਆਂ। ਇਹ ਜਿਹੜੀ ਪਬਲਿਕ ਦੇ ਜਾਂ ਕਾਰਿਆਕਰਤਾ ਦੇ ਆਕਰੋਸ਼ ਜਾਂ ਵਿਚਾਰ ਹੋ ਸਕਦੇ ਆ, ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈ ਕਿਤੇ ਵੀ ਐਸੀ ਸਟੇਟਮੈਂਟ ਨਹੀਂ ਆਈ। ਹੁਣ ਨਹੀਂ ਤਾਂ ਜਦੋਂ ਅਸੀਂ 12 'ਚ ਇਲੈਕਸ਼ਨ ਲੜੇ ਸੀ, ਅਸੀਂ 12 ਸੀਟਾਂ ਜਿੱਤੇ, ਸਾਨੂੰ ਤਾਂ ਕਹਿੰਦੇ ਤੁਹਾਨੂੰ ਸੀਟਾਂ ਹੀ 2 ਦੇਣੀਆਂ, 3 ਦੇਣੀਆਂ, 5 ਦੱਸੋ ਕਿਹੜੀਆਂ, 5 ਲੈਣੀਆਂ, 7 ਲੈਣੀਆਂ, ਠੀਕ ਹੈ ਨਾ। ਅਸੀਂ ਉਸ ਵੇਲੇ ਵੀ ਅਸੀਂ ਤਾਂ ਕਿਤੇ ਚੂੰ ਵੀ ਨਹੀਂ ਕੀਤੀ, ਆਪਣੀ ਗੱਲ ਦੇ ਉੱਤੇ ਰਹੇ ਵੀ, ਠੀਕ ਹੈ ਵੀ ਜਿੱਥੇ ਅਸੀਂ ਤਾਂ ਗਠਬੰਧਨ ਧਰਮ ਆ, ਅਸੀਂ ਸਾਡੀ ਹਾਈ ਕਮਾਂਡ ਨੇ ਕਿਹਾ ਕਿ ਨਹੀਂ ਬਈ ਅਸੀਂ ਤਾਂ ਗਠਬੰਧਨ 23 ਸੀਟਾਂ 'ਤੇ ਹੋਇਆ, 23 'ਤੇ ਲੜਨਾ। ਉਸ ਤੋਂ ਬਾਅਦ ਹੁਣ 2017 'ਚ ਵੀ ਆਏ, ਬਹੁਤ ਸਾਰੇ ਕਾਰਿਆਕਰਤਾਵਾਂ ਦਾ ਇਹ ਸੀ ਕਿ ਸਾਡੀਆਂ ਸੀਟਾਂ ਵਧਾਓ, ਕਿਉਂਕਿ ਲੋਕ ਤਾਂ ਸਾਨੂੰ ਕਹਿ ਰਹੇ ਤੁਸੀਂ ਵੱਖਰੇ ਹੋ ਕੇ ਲੜੋ, ਪਰ ਹਾਈ ਕਮਾਂਡ ਦਾ ਇਹ ਸੀ ਕਿ ਗਠਬੰਧਨ ਧਰਮ ਨਿਭਾਉਣਾ ਆ, ਅਤੇ ਇਸ ਕਰਕੇ 23 ਸੀਟਾਂ ਦੇ ਉੱਤੇ ਹੀ ਅਸੀਂ ਲੜਦੇ ਹਾਂ। 23 ਤੋਂ ਅੱਗੇ ਪਿੱਛੇ ਅਸੀਂ ਕੋਈ ਨਹੀਂ ਕਰਨਾ, ਕਿਉਂਕਿ ਇਹ ਮੈਸੇਜ ਨਾ ਜਾਵੇ ਕਿ ਅੱਜ ਅਕਾਲੀ ਦਲ ਪਿੱਛੇ ਚਲਾ ਗਿਆ ਤਾਂ ਸਾਡੀ ਬੀਜੇਪੀ ਨੇ ਹੱਥ ਖਿੱਚ ਲਏ। ਭਾਵ ਅਸੀਂ ਕਹਿ ਸਕਦੇ ਕਿ ਅਸੀਂ ਕਿਸੇ ਪਾਸੇ ਪਿੱਛੇ ਨਹੀਂ ਹਟੇ। ਹੁਣ ਦੂਸਰੇ ਪੱਖੋਂ ਲੈ ਲਈਏ ਜੀ, ਰਾਜਨੀਤਿਕ ਪੱਖਾਂ 'ਤੇ ਇਹ ਤਾਂ ਹੁਣ ਕਹਿਣ ਲੱਗੇ ਸਾਨੂੰ ਪੁੱਛੇ ਨਹੀਂ ਗਏ। ਅਸੀਂ 97 ਤੋਂ ਚੁੱਪ ਕਰਕੇ ਬੈਠੇ ਕਦੀ, ਕਿਉਂਕਿ ਗਠਬੰਧਨ ਧਰਮ ਨਿਭਾਉਣਾ ਬਹੁਤ ਵੱਡੀ ਗੱਲ ਹੁੰਦੀ, ਜ਼ਿੰਮੇਵਾਰੀ ਹੁੰਦੀ ਹੈ। ਤੁਸੀਂ ਇਹ ਦੱਸੋ ਕਿ ਜਿਹੜਾ ਨਸ਼ਿਆਂ ਦਾ ਮੁੱਦਾ ਸੀ, ਇਹ ਕਿਸੇ ਬੀਜੇਪੀ ਦੇ ਉੱਤੇ ਆਇਆ? ਕਿਹਦੇ 'ਤੇ ਸੀ? ਅਕਾਲੀ ਦਲ 'ਤੇ। ਇਹ ਜਿਹੜਾ ਸ਼ਰਾਬ ਮਾਫੀਆ ਦਾ ਮੁੱਦਾ ਆਇਆ, ਇਹ ਕਿਹਨਾਂ 'ਤੇ ਸੀ? ਬੀਜੇਪੀ 'ਤੇ।
ਕਿ ਅਕਾਲੀਆਂ ਤੇ। ਰੇਤ ਮਾਫੀਆ, ਲੋਕਾਂ ਦਾ ਆਕਰੋਸ਼ ਅਕਾਲੀਆਂ ਦੇ ਖਿਲਾਫ ਸੀ, ਬੀਜੇਪੀ ਦੇ ਖਿਲਾਫ ਨਹੀਂ ਸੀ। ਭੂ ਮਾਫੀਆ, ਲੋਕਾਂ ਦਾ ਆਕਰੋਸ਼ ਜਿਹੜਾ ਸੀ ਉਹ ਬੀਜੇਪੀ ਦੇ ਖਿਲਾਫ ਨਹੀਂ ਸੀ। ਇਹ ਜੋ ਵੀ ਕਿਤੇ ਸਖਤੀ ਕਰਨਾ ਜਾਂ ਕੁਛ ਵੀ ਕਰਨਾ ਜਾਂ ਸੱਤਾ ਦਾ ਦੁਰਉਪਯੋਗ ਕਰਨਾ, ਇਹ ਕਿਤੇ ਵੀ ਬੀਜੇਪੀ ਦੇ ਹਿੱਸੇ ਨਹੀਂ ਆਇਆ। ਇਹ ਹਮੇਸ਼ਾ ਲੋਕਾਂ ਦਾ ਆਕਰੋਸ਼ ਜਿਹੜਾ ਅਕਾਲੀ ਦਲ ਦੇ ਹੋਣ ਦੇ ਬਾਵਜੂਦ ਵੀ, ਸਾਨੂੰ ਇਹ ਕੁਛ ਹੋਣ ਦੇ ਬਾਵਜੂਦ ਵੀ ਸਾਨੂੰ ਇਹ ਪਤਾ ਸੀ ਕਿ ਸਾਨੂੰ ਇਹਦਾ ਨੁਕਸਾਨ ਰਾਜਨੀਤਿਕ ਦੇ ਵਿੱਚ ਇਲੈਕਸ਼ਨਾਂ 'ਚ ਹੋਣਾ ਆ, ਪਰ ਅਸੀਂ ਉਸ ਨੂੰ ਵੀ ਜਿਹੜਾ ਆ ਇਹ ਕਹਿਣ ਦਾ ਹੁਣ ਅਸੀਂ ਬਰਦਾਸ਼ਤ ਕੀਤਾ। ਅਸੀਂ ਤਾਂ 97 ਤੋਂ ਬਰਦਾਸ਼ਤ ਕਰਦੇ ਆ ਰਹੇ ਹਾਂ। ਔਰ ਭਾਜਪਾ ਨੂੰ ਇਸ ਗੱਲ ਦਾ ਵੀ ਦੁੱਖ ਹੁੰਦਾ ਹੋਏਗਾ, ਥੋੜਾ ਬਹੁਤਾ ਅਫਸੋਸ ਹੁੰਦਾ ਹੋਏਗਾ ਕਿ ਇਸੇ ਗੱਠਜੋੜ ਦਾ ਕਰਕੇ ਜਿਹੜਾ ਸਿੱਧੂ ਵੀ ਗਵਾਇਆ ਭਾਜਪਾ ਨੇ। ਦੇਖੋ ਕਈ ਕੁਛ ਅਸੀਂ ਗਵਾਇਆ, ਕਈ ਸਮੇਂ ਦੇ ਕਈ ਅਸੀਂ ਇਕੱਲੇ ਸਿੱਧੂ ਦੀ ਗੱਲ ਨਹੀਂ ਕਰਦੇ, ਅਸੀਂ ਆਪਣੇ ਜਿਹੜੀ ਗਠਬੰਧਨ ਧਰਮ ਨਿਭਾਉਂਦਿਆਂ ਹੋਇਆਂ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ ਕਿ ਬੀਜੇਪੀ ਨੂੰ ਨੁਕਸਾਨ ਹੋਏਗਾ, ਪਰ ਅਸੀਂ ਨੁਕਸਾਨ ਝੱਲਿਆ, ਗਠਬੰਧਨ ਧਰਮ ਨਿਭਾਉਣ 'ਚ ਕਸਰ ਨਹੀਂ ਛੱਡੀ। ਔਰ ਅਕਾਲੀ ਦਲ ਨੇ ਜਿਹੜੀ ਆ ਇਹ ਸਮਝ ਲਓ ਇੱਕ ਤਰੀਕੇ ਨਾਲ ਕਿ ਗਠਬੰਧਨ ਧਰਮ ਨਿਭਾਉਣ ਦੇ ਵਿੱਚ ਜਿਹੜੀ ਆਪਣੀ ਪੂਰੀ ਵੱਡੀ ਕੋਤਾਹੀ ਕੀਤੀ ਆ। ਔਰ ਮੈਂ ਇਹ ਵੀ ਕਹਾਂਗਾ ਕਿਉਂਕਿ ਇਹ ਅਕਾਲੀ ਦਲ ਨੇ ਗਠਬੰਧਨ ਤੋੜਿਆ, ਬੀਜੇਪੀ ਨੇ ਨਹੀਂ, ਤੇ ਇਹ ਮੈਂ ਕਹਿ ਸਕਦਾ ਕਿ ਵੀ ਰਾਜਨੀਤਿਕ ਤੌਰ ਤੇ ਉਹਨਾਂ ਨੇ ਆਪਣਾ ਸੁਸਾਈਡ ਕੀਤਾ ਔਰ ਆਪਣੇ ਪੈਰਾਂ 'ਚ ਕੁਲਾੜੀ ਮਾਰੀ ਹੈ। ਪੈਰਾਂ 'ਚ ਕੁਹਾੜੀ ਮਾਰੀ ਹੈ। ਪਰ ਜਦੋਂ ਅਸੀਂ ਸੁਖਬੀਰ ਬਾਦਲ ਹੋਰਾਂ ਦਾ ਬਿਆਨ ਸੁਣਦੇ, ਕੱਲ੍ਹ ਲਗਾਤਾਰ ਉਹਨਾਂ ਨੇ ਕਈ ਥਾਵਾਂ ਤੇ ਰੈਲੀਆਂ ਕੀਤੀਆਂ ਔਰ ਉਹਨਾਂ ਦਾ ਇਹ ਬਿਆਨ ਸੀਗਾ ਕਿ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਥੋੜ੍ਹੀ ਬਹੁਤੀ ਸਾਂਝ ਨੇੜਤਾ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਢੀਂਡਸਾ ਧੜੇ ਦੇ ਨਾਲ ਬਣਦੀ ਪਈ ਆ, ਔਰ ਸੁਖਦੇਵ ਸਿੰਘ ਢੀਂਡਸਾ ਨੇ ਇੱਥੋਂ ਤੱਕ ਕਹਿਤਾ ਕਿ ਜੇ ਭਾਰਤੀ ਜਨਤਾ ਪਾਰਟੀ ਉਹ ਆਰਡੀਨੈਂਸ ਜਿਹੜੇ ਕਾਨੂੰਨ ਬਣ ਚੁੱਕੇ ਨੇ ਹੁਣ ਰਾਸ਼ਟਰਪਤੀ ਦੀ ਮੋਹਰ ਤੋਂ ਬਾਅਦ, ਉਹਨਾਂ ਨੂੰ ਵਾਪਸ ਲੈ ਲੈਂਦੀ ਹੈ ਤੇ ਅਸੀਂ ਸਮਝੌਤਾ ਕਰਨ ਲਈ ਤਿਆਰ ਹਾਂ, ਅਸੀਂ ਉਹਨਾਂ ਦੇ ਨਾਲ ਖੜਨ ਲਈ ਤਿਆਰ ਹਾਂ। ਤੇ ਫਿਰ ਇੱਥੋਂ ਤੱਕ ਕਹਿਤਾ ਜਿੰਨੀ ਦੇਰ ਤੱਕ ਤੁਹਾਡੇ ਨਾਲ ਰਹੇ ਅਕਾਲੀ ਦਲ, ਸੁਖਬੀਰ ਬਾਦਲ ਹੋਰੀ ਕਹਿੰਦੇ ਬਹੁਤ ਵਧੀਆ ਭਾਜਪਾ, ਹੁਣ ਕਹਿੰਦੇ ਜਿਹੜਾ ਭਾਜਪਾ ਨਾਲ ਜਾਊਗਾ, ਤੇ ਸ਼ਬਦ ਮੈਂ ਨਹੀਂ ਇਸਤੇਮਾਲ ਕਰ ਸਕਦਾ ਜਿਹੜੇ ਉਹਨਾਂ ਨੇ ਕਹਿ ਕੇ ਜੇ ਢੀਂਡਸਾ ਸਾਹਿਬ ਜਾਂਦੇ ਤੇ ਪੰਜਾਬ ਦੇ ਲੋਕ ਛਿੱਤਰਾਂ ਤੱਕ ਵੀ ਉਹਨਾਂ ਨੇ ਗੱਲ ਕਰ ਦਿੱਤੀ। ਦੇਖੋ ਇਸ ਤਰ੍ਹਾਂ ਇਹਨਾਂ ਤੋਂ ਪਤਾ ਲੱਗਦਾ ਕਿਤੇ ਨਾ ਕਿਤੇ ਕਨਫਿਊਜ਼ਨ 'ਚ ਆ ਗਏ ਨੇ। ਸੋ ਮੈਂ ਉਸ ਤਰ੍ਹਾਂ ਦੀ ਭਾਸ਼ਾ ਵੀ ਨਹੀਂ ਵਰਤ ਸਕਦਾ। ਔਰ ਮੈਨੂੰ ਤਾਂ ਇਹ ਵੀ ਕਿਸੇ ਨੇ ਕਿਹਾ ਜੀ ਉਹ ਤੁਹਾਡੀ ਏ ਟੀਮ ਹੈ, ਬੀ ਟੀਮ ਹੈ, ਫਲਾਨਾ ਐਸਾ ਵੀ ਕੁਝ ਕਿਹਾ, ਪਰ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਗਠਬੰਧਨ 'ਚ ਅਕਾਲੀ ਦਲ ਸਾਡੀ ਏ ਟੀਮ ਸੀ ਜੀ। NDA ਦੇ ਜਿਹੜੇ ਸਿਰਮੌਰ ਦੇ ਰੂਪ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਅਗਰ ਕਿਤੇ ਸਤਿਕਾਰ ਕਿਤੇ ਕੀਤਾ ਜਾਂਦਾ ਸੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਕੀਤਾ ਜਾਂਦਾ ਹੈ। ਔਰ ਬਹੁਤ ਸਾਰੀ ਜਗ੍ਹਾ ਦੇ ਉੱਤੇ ਅਸੀਂ ਇਸੇ ਤਰ੍ਹਾਂ ਦੇ ਵੀ ਮਾਹੌਲ ਆਉਂਦੇ ਸੀ ਕਿ ਅਗਰ ਅਸੀਂ ਕਿਤੇ ਕੋਈ ਕੰਮ ਲੈ ਕੇ ਜਾਂਦੇ ਸੀ ਕੇਂਦਰ ਕੋਲ ਤਾਂ ਸਾਨੂੰ ਇਨਕਾਰ ਕਰ ਦਿੰਦੇ ਸੀ, ਪਰ ਬਾਦਲ ਸਾਹਿਬ ਨੂੰ ਕਦੀ ਇਨਕਾਰ ਨਹੀਂ ਕੀਤਾ। ਔਰ ਇਹ ਇੱਕ ਵਾਰੀ ਨਹੀਂ, ਬਾਦਲ ਸਾਹਿਬ ਨੇ ਮੇਰਾ ਹਾਲ ਪਤਾ ਨਹੀਂ ਕਿੰਨੀਆਂ ਸਟੇਜਾਂ ਦੇ ਉੱਤੇ ਇਹ ਗੱਲ ਕਹੀ ਹੈ ਕਿ ਵੀ ਮੇਰਾ ਸਤਿਕਾਰ ਬੀਜੇਪੀ ਵਾਲਿਆਂ ਨੇ ਬਹੁਤ ਕੀਤਾ। ਔਰ ਮੈਂ ਜਦੋਂ ਵੀ ਬੀਜੇਪੀ ਦੇ ਕੋਲ ਕੋਈ ਕੰਮ ਲੈ ਕੇ ਗਿਆ, ਉਹਨਾਂ ਨੇ ਮੈਨੂੰ ਇਹ ਬੀਜੇਪੀ ਵਾਲਿਆਂ ਨੂੰ ਤਾਂ ਭਾਵੇਂ ਨਾ ਕਰ ਦੇਣੇ, ਪਰ ਮੈਨੂੰ ਹਾਈ ਕਮਾਂਡ ਨੇ ਕਦੀ ਨਾ ਨਹੀਂ ਕੀਤੀ। ਇਸ ਤੋਂ ਵੱਡਾ ਸਤਿਕਾਰ ਹੋਰ ਕੀ ਚਾਹੀਦਾ ਹੁੰਦਾ। ਔਰ ਅੱਜ ਉਹੀ ਦੋਸ਼ ਦੇ ਕੇ ਸਾਨੂੰ ਕਹਿਣ ਕਿ ਇਸ ਤਰ੍ਹਾਂ ਦੀ ਭਾਸ਼ਾ ਵਰਤਣ, ਮੇਰਾ ਖਿਆਲ ਉਹ ਸਹੀ ਨਹੀਂ ਹੈ। ਇਹਦੇ ਤੋਂ ਕਨਫਿਊਜ਼ਨ ਜਿਹੜੀ ਉਹਨਾਂ ਦੇ ਵਿੱਚ ਆਈ ਹੈ, ਇਹ ਕਿਤੇ ਡਰ ਕਹਿ ਲਓ ਜਾਂ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਨੇ ਸੁਸਾਈਡ ਕਹਿ ਲਓ ਜਾਂ ਉਹਨਾਂ ਨੂੰ ਕਹਿ ਲਓ ਕਿ ਪੈਰਾਂ 'ਚ ਕੁਲਾੜੀ ਮਾਰੀ, ਉਹਦਾ ਅਸਰ ਜਿਹੜਾ ਸਾਹਮਣੇ ਆਉਂਦਾ ਹੈ। ਤੁਸੀਂ ਕਹਿੰਦੇ ਕਿ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਸੀਗੀ, ਬਾਦਲ ਸਾਹਿਬ ਦੀ ਗੱਲ ਪਹਿਲਾਂ ਸੁਣ ਲਈ ਜਾਂਦੀ ਸੀਗੀ, ਜੋ ਮਰਜ਼ੀ ਹੋਵੇ। ਬਾਦਲ ਸਾਹਿਬ ਵੀ ਕਹਿੰਦੇ ਸੀ। ਫਿਰ ਆਰਡੀਨੈਂਸਾਂ ਦੇ ਮਾਮਲੇ 'ਚ ਭਾਜਪਾ ਨੇ ਕਾਹਤੋਂ ਨਹੀਂ ਗੱਲ ਸੁਣੀ? ਜੇ ਉਹਨਾਂ ਨੂੰ ਲੱਗਦਾ ਸੀਗਾ ਕਿ ਇਸ ਤਰੀਕੇ ਨਾਲ ਠੀਕ ਨਹੀਂ ਆ ਜਾਂ ਉਹਦੇ ਵਿੱਚ ਕੁਝ ਤਰਮੀਮਾਂ ਕੀਤੀਆਂ ਜਾ ਸਕਦੀਆਂ ਨਾ, ਇਹਨੂੰ ਰੋਕਿਆ ਜਾ ਸਕਦਾ, ਕਿਉਂਕਿ ਇਹ ਵੀ ਕਹਿੰਦੇ ਸੀ ਨਾ ਕਿ ਇਸ ਸੈਸ਼ਨ ਦੇ ਵਿੱਚ ਨਾ ਲੈ ਕੇ ਆਓ, ਠਹਿਰ ਕੇ ਲੈ ਆਇਓ, ਇਹਨੂੰ ਅਜੇ ਰੋਕ ਲਿਆ ਜਾਵੇ, ਉਹ ਗੱਲ ਕਾਹਤੋਂ ਨਹੀਂ ਮੰਨੀ ਗਈ? ਦੇਖੋ ਇਹ ਵੀ ਕਹਿਣਾ ਗਲਤ ਹੈ ਉਹਨਾਂ ਦਾ। ਮੈਂ ਪਹਿਲਾਂ ਹੀ ਇਹਨਾਂ ਨੇ ਕਿਹਾ ਕਿ ਐਸਾ ਨਹੀਂ ਕਿ ਸੁਣੀ ਨਹੀਂ ਗਈ। 1 ਸਾਲ ਪਹਿਲਾਂ ਜਿਹੜਾ ਆ ਨੀਤੀ ਆਯੋਗ ਨੇ ਮੀਟਿੰਗਾਂ ਕੀਤੀਆਂ ਸਾਰੇ ਕਿਸਾਨ ਜਥੇਬੰਦੀਆਂ ਨਾਲ, ਕਿਉਂਕਿ ਆਲ ਇੰਡੀਆ ਲੈਵਲ ਦੇ ਉੱਤੇ ਹੁੰਦੀ ਹੈ ਤਾਂ ਸੂਬਾ ਜਥੇਬੰਦੀਆਂ ਨਹੀਂ, ਨੈਸ਼ਨਲ ਲੈਵਲ ਦੀਆਂ ਜਥੇਬੰਦੀਆਂ ਨਾਲ ਹੀ ਗੱਲ ਕੀਤੀ ਹੁੰਦੀ ਆ। ਔਰ ਉਸ ਵੇਲੇ ਸਾਰੀਆਂ ਜਿੰਨੀਆਂ ਵੀ ਨੈਸ਼ਨਲ ਲੈਵਲ ਦੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਸਾਰਿਆਂ ਨਾਲ ਇਹ ਗੱਲਬਾਤ ਕੀਤੀ। ਦੂਸਰਾ, ਸਾਰੇ ਸੂਬਾ ਸਰਕਾਰਾਂ ਦੇ ਨਾਲ ਜਿਹੜੇ ਉਹਨਾਂ ਦੇ ਮੁੱਖ ਮੰਤਰੀ ਜਾਂ ਉਹਨਾਂ ਦੇ ਮੁੱਖ ਮੰਤਰੀਆਂ ਦੇ ਨੁਮਾਇੰਦੇ ਦੇ ਤੌਰ ਤੇ ਜਿਹੜੇ ਸੀ, ਔਰ ਮਨਪ੍ਰੀਤ ਬਾਦਲ ਜੀ ਉਹਦੇ ਵਿੱਚ ਗਏ ਸੀ। ਔਰ ਮਨਪ੍ਰੀਤ ਬਾਦਲ ਜੀ ਨੇ ਬੜੀ ਛਾਤੀ ਠੋਕ ਕੇ ਕਿਹਾ ਸੀ ਕਿ ਤੁਸੀਂ ਤਾਂ ਅੱਜ ਗੱਲ ਕਰਨ ਲੱਗੇ, ਅਸੀਂ ਤਾਂ 2017 'ਚ ਲਾਗੂ ਵੀ ਕਰਤਾ। ਭਾਵ ਉਸੇ ਚੀਜ਼ ਦੇ ਉੱਤੇ ਉਹ ਛਾਤੀ ਠੋਕ ਰਿਹਾ ਸੀ। ਔਰ ਉਹੀ ਚੀਜ਼ ਦੇ ਵਿੱਚ ਜਿੱਥੇ ਵੀ ਸਾਰੀਆਂ ਸਰਕਾਰਾਂ ਦੇ ਨੁਮਾਇੰਦੇ ਤੌਰ 'ਤੇ ਜਿੱਥੇ ਵੀ ਆਈ ਆ, ਉਹਦੇ 'ਚ ਹਰਸਿਮਰਤ ਕੌਰ ਬਾਦਲ ਜੀ ਜਿਹੜੇ ਮੰਤਰੀ ਸੀ, ਚਾਹੇ ਉਹ ਹਰ ਛੋਟੀ ਤੋਂ ਛੋਟੀ ਮੀਟਿੰਗ ਦੇ ਵਿੱਚ ਵੀ ਉਹਨਾਂ ਦਾ ਕੈਬਨਿਟ ਹੋਣ ਦੇ ਨਾਤੇ ਉਹ ਸੀਗੇ। ਔਰ ਕੈਬਨਿਟ ਦੇ ਵਿੱਚ ਵੀ ਅਪਰੂਵਲ ਹੋਈ ਆ।
ਸੋ ਇਹ ਕਹਿਣਾ ਕਿ ਸਾਨੂੰ ਪੁੱਛਿਆ ਨਹੀਂ ਗਿਆ, ਐਸਾ ਨਹੀਂ ਆ, ਸਭ ਕੁਝ ਪੁੱਛਿਆ ਗਿਆ। ਕਿਸੇ ਕੋਲ ਕੋਈ ਆਰੋਪ ਨਹੀਂ ਸੀ। ਸਿਰਫ ਜਿੱਦਣ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਵੀ ਅਕਾਲੀ ਦਲ ਉਹਦਾ ਸਮਰਥਨ ਕਰ ਰਿਹਾ ਸੀ। ਜਿੱਦਣ ਉਹ ਆਇਆ ਉਸ ਦਿਨ ਤੋਂ ਉਹਨਾਂ ਨੂੰ ਲੱਗਾ ਕਿਉਂਕਿ ਉਹਨਾਂ ਦੀ ਆਪਣਾ ਕੋਈ ਆਪਣੇ ਰਾਜਨੀਤਿਕ ਕੰਪਲਸ਼ਨ ਹੋਣਗੀਆਂ, ਉਹਦੇ ਗੱਲ ਹੋ ਸਕਦੀ ਆ, ਪਰ ਬਿੱਲਾਂ ਦੇ ਵਿੱਚ ਕੋਈ ਦੋਸ਼ ਨਹੀਂ ਆ। ਔਰ ਮੈਂ ਬੜੇ ਦਾਅਵੇ ਨਾਲ ਕਹਿਣਾ ਕਿ ਬਿੱਲ ਜਿਹੜੇ ਆ ਤਿੰਨੋਂ ਹੀ ਕਿਸਾਨਾਂ ਦੇ ਹਿੱਤ 'ਚ, ਔਰ ਕਿਸਾਨਾਂ ਦੇ ਹਿੱਤ 'ਚ ਨਰਿੰਦਰ ਮੋਦੀ ਜੀ ਨੇ ਹਮੇਸ਼ਾ ਜਿਹੜਾ ਆਪਣਾ ਕੰਮ ਕੀਤਾ। ਤੁਸੀਂ ਪਹਿਲਾਂ ਦੇਖਿਆ ਕਿ ਕਿਸਾਨ ਸਨਮਾਨ ਨਿਧੀ ਦੇ ਵਿੱਚ 6000 ਰੁਪਈਆ ਸਾਲ ਦਾ ਜਿਹੜਾ ਉਹ ਵੀ ਦੇਣਾ ਸ਼ੁਰੂ ਕੀਤਾ। ਬੀਜ ਦੀ ਉਪਲਬਧਤਾ ਵੀ ਹੈ। ਔਰ ਸਭ ਤੋਂ ਬੜੀ ਗੱਲ ਹੈ ਕਿ ਹਰ ਸਾਲ ਜਿਹੜਾ ਹਰ ਸੀਜ਼ਨ 'ਚ, ਚਾਹੇ ਹਾੜੀ ਸੀ ਚਾਹੇ ਸੋਣੀ ਸੀ, ਹਰ ਸੀਜ਼ਨ 'ਤੇ ਕਿਸਾਨ ਧਰਨੇ ਦਿੰਦਾ ਸੀ ਕਿਉਂਕਿ ਖਾਦ ਨਹੀਂ ਸੀ ਮਿਲਦੀ, ਨਾ ਡਾਇਆ ਮਿਲਦਾ ਸੀ, ਨਾ ਯੂਰੀਆ ਮਿਲਦਾ ਸੀ, ਨਾ ਉਹਨੂੰ ਪੋਟਾਸ਼ ਮਿਲਦੀ ਸੀ। ਔਰ ਉਹ ਧਰਨੇ ਲਾ ਕੇ ਜਾਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਜਾਂ ਧਰਨੇ ਲੱਗੇ ਹੁੰਦੇ ਸੀ। ਜਦੋਂ ਦੀ ਮੋਦੀ ਸਰਕਾਰ ਆਈ 2014 'ਚ ਆਈ, ਮੈਂ ਕਹਿੰਦਾ ਕਿ 2014 ਦੇ 6 ਮਹੀਨੇ ਛੱਡ ਲਓ, 15 ਤੋਂ ਬਾਅਦ ਦੱਸ ਦਿਓ ਕਿ ਕਿਤੇ ਵੀ ਕਿਸਾਨ ਨੂੰ ਖਾਦ ਦੀ ਪ੍ਰੋਬਲਮ ਆਈ ਹੋਵੇ, ਕਿਸੇ ਜਗ੍ਹਾ 'ਤੇ ਕੋਈ ਸਮੱਸਿਆ ਆਈ ਹੋਵੇ। ਕਿਸਾਨ ਦੇ ਜਿਹੜੀ ਖਾਦ ਸੀਗੀ ਉਹ ਹਮੇਸ਼ਾ ਉਪਲਬਧ ਰਹੀ। ਇਹਦਾ ਮਤਲਬ ਚਿੰਤਾ ਕਿਤੇ ਨਾ ਕਿਤੇ ਖਾਦ ਕਿਸਾਨ ਦੀ ਸੀਗੀ। ਗਰੀਬ ਦੀ ਚਿੰਤਾ, ਗਰੀਬ ਕਿਸਾਨ ਦੀ ਚਿੰਤਾ ਸੀ। ਇਸ ਕਰਕੇ ਜਿਹੜੇ 5 ਏਕੜ ਤੱਕ ਉਹਨਾਂ ਨੂੰ 6000 ਰੁਪਈਆ ਜਿਹੜਾ ਸਾਲ ਦਾ ਉਹਨਾਂ ਦੇ ਖਾਤਿਆਂ 'ਚ ਪਾਉਣ ਦੀ ਗੱਲ ਕੀਤੀ ਗਈ। ਹੋਰ ਬਹੁਤ ਸਾਰੀਆਂ ਯੋਜਨਾਵਾਂ ਜਿਹੜੀਆਂ ਆ ਕਿਸਾਨਾਂ ਦੇ ਹਿੱਤ 'ਚ ਆਈਆਂ। ਪਰ ਇਸ ਵੇਲੇ ਮੈਂ ਇਹ ਕਹਾਂਗਾ ਕਿ ਇਹ ਗੁੰਮਰਾਹਕੁਨ ਪ੍ਰਚਾਰ ਸਾਰਿਆਂ ਦਾ ਹੈ। ਮੈਨੂੰ ਇੱਕ ਜਿਹੜੀ ਪ੍ਰਾਇਮਰੀ ਦੀ ਕਹਾਣੀ ਅਸੀਂ ਪੜ੍ਹਦੇ ਹੁੰਦੇ ਸੀ, ਤੁਸੀਂ ਵੀ ਪੜ੍ਹੀ, ਸਾਰਿਆਂ ਨੇ ਪੜ੍ਹੀ ਹੈ, 4 ਠੱਗਾਂ ਵਾਲੀ, ਕਿ ਇੱਕ ਕਿਸਾਨ ਜਿਹੜਾ ਆ ਉਹ ਗਾਂ ਜਾਂ ਵੱਛੜੀ ਲੈ ਕੇ ਜਾ ਰਿਹਾ ਸੀ ਅਤੇ ਉਹ ਸੋਚਦਾ ਜਾ ਰਿਹਾ ਸੀ ਗਾਂ ਦੇ ਦੁੱਧ ਤੋਂ ਆਪਾਂ ਬੱਚਿਆਂ ਨੂੰ ਪਿਲਾਵਾਂਗੇ, ਇਹ ਕਰ ਆਪਣੇ ਮਨ 'ਚ ਉਹਦੇ ਖਿਆਲ ਬਣਾ ਰਿਹਾ ਸੀ। ਅਤੇ ਮੂਹਰੇ ਠੱਗਾਂ ਨੇ ਸਲਾਹ ਕੀਤੀ ਸੀ। ਪਹਿਲਾ ਆਇਆ, ਕਹਿੰਦਾ ਗਾਂ ਕਿੱਥੇ ਲੈ ਕੇ ਜਾ ਰਿਹਾ, ਤਾਂ ਕੁੱਤਾ ਆਇਆ। ਦੂਜਾ ਆਇਆ, ਗਾਂ ਕਿੱਥੇ ਲੈ ਕੇ ਜਾ ਰਿਹਾ, ਕੁੱਤਾ ਆਇਆ। ਭਾਵ ਜਦੋਂ ਚਾਰੇ ਠੱਗਾਂ ਨੇ ਸਲਾਹ ਕੀਤੀ ਹੋ ਸੀਗੀ, ਉਹਨਾਂ ਨੇ ਇਸ ਤਰ੍ਹਾਂ ਮਨੋਪਲੀ ਬਣਾ ਲਈ। ਅਖੀਰ 'ਤੇ ਕਿਸਾਨ ਨੂੰ ਵੀ ਆਣ ਕੇ ਅਖੀਰ 'ਤੇ ਯਕੀਨ ਹੋਇਆ ਕਿ ਮੈਂ ਖਰਾ ਸੱਚੀ ਕੁੱਤਾ ਲੈ ਕੇ ਜਾ ਰਿਹਾ। ਔਰ ਉਹ ਆਉਣੇ ਪੌਣੇ ਭਾਅ ਕਰਕੇ ਕੁੱਤੇ ਨੂੰ ਵੇਚ ਕੇ ਕੁੱਤੇ ਦੇ ਭਾਅ ਨਾਲ ਚਲਾ ਗਿਆ ਕਿ ਮਨ 'ਚ ਸੰਤੁਸ਼ਟੀ ਹੋਈ, ਚਲੋ ਜੋ ਸੀ ਮੇਰੇ ਨਾਲ ਪਿੱਛੇ ਮੈਂ ਠੱਗ ਹੋ ਕੇ ਆਇਆ, ਹੁਣ ਮੈਂ ਸਹੀ ਭਾਅ ਦਿੱਤਾ ਆ ਬੰਦਿਆਂ ਨੇ। ਪਰ ਹਕੀਕਤ ਦੇ ਵਿੱਚ ਜਿਹੜੀ ਉਹ ਵੱਛੀ ਜਾਂ ਗਾਂ ਜਿਹੜੀ ਸੀ ਉਹਦਾ ਵਜੂਦ ਗਲਤ ਨਹੀਂ ਸੀ। ਜਿਹੜਾ ਉਹ ਪਿੱਛੋਂ ਲੈ ਕੇ ਆਇਆ ਸੀ, ਜਿਹੜੇ ਉਹਦੇ ਖਾਬ ਸੀਗੇ ਉਹ ਠੀਕ ਹੋ ਸਕਦੇ ਸੀ, ਪਰ ਉਹ ਜਿਹੜੇ 4 ਠੱਗ ਸੀ ਉਹਨਾਂ ਨੇ ਉਹਨਾਂ ਦਾ ਦਿਮਾਗ ਇਸ ਤਰ੍ਹਾਂ ਖਰਾਬ ਕੀਤਾ ਕਿ ਉਹਨੂੰ ਠੱਗ ਲਿਆ। ਅੱਜ ਜਿਹੜੇ ਆ ਕਾਂਗਰਸ, ਕਮਿਊਨਿਸਟ, ਆਮ ਆਦਮੀ ਪਾਰਟੀ ਔਰ ਅਕਾਲੀ ਵੀ ਨਾਲ ਰਲ ਗਏ। ਇਹ ਐਸੇ ਠੱਗ ਨਾਲ ਰਲ ਗਏ ਕਿ ਕਿਸਾਨ ਦਾ ਦਿਮਾਗ ਉਸ ਵੱਛੀ ਨੂੰ ਜਾਂ ਉਸ ਗਾਂ ਨੂੰ ਕੁੱਤਾ ਬਣਾਉਣ ਡਏ ਨੇ। ਹਕੀਕਤ ਦੇ ਵਿੱਚ ਜਿਸ ਤਰ੍ਹਾਂ ਉਸ ਵੇਲੇ ਗਾਂ ਦਾ ਵਜੂਦ ਆਪਣੀ ਜਗ੍ਹਾ ਠੀਕ ਸੀਗਾ, ਅੱਜ ਵੀ ਜਿਹੜੇ ਇਹ ਬਿੱਲ ਹੈ ਬਿਲਕੁਲ ਠੀਕ ਨੇ। ਪਰ ਇਹ ਜਿਹੜਾ ਦੁਸ਼ਪ੍ਰਚਾਰ, ਗੁੰਮਰਾਹ ਪ੍ਰਚਾਰ ਹੋ ਰਿਹਾ, ਕਿਉਂਕਿ ਮਾਨਯੋਗ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਬੜੇ ਠੋਸ ਸ਼ਬਦਾਂ ਦੇ ਵਿੱਚ ਕਿਹਾ ਕਿ MSP ਔਰ ਮੰਡੀ ਦੇ ਵਿੱਚ ਕੋਈ ਰੱਦੋ ਬਦਲ ਨਹੀਂ ਹੋਏਗੀ, MSP ਰਹੇਗੀ ਮੰਡੀ ਦੇ ਵਿੱਚ। ਤੁਸੀਂ ਕਿਸੇ ਦੇ ਝੂਠੇ ਔਰ ਫਰੇਬ ਔਰ ਗੁੰਮਰਾਹਕੁਨ ਪ੍ਰਚਾਰਾਂ ਦੇ ਵਿੱਚ ਨਾ ਆਓ। ਕਿਸਾਨ ਦੇ ਹਿੱਤ ਦੇ ਲਈ ਸਾਡੀ ਅਸੀਂ ਵਚਨਬੱਧ ਹੈ ਔਰ ਵਚਨਬੱਧਤਾ ਆਪਣੀ ਪੂਰੀ ਰੱਖਾਂਗੇ। ਪਰ ਕਿਉਂਕਿ ਜਿਹੜੀ ਮੈਂ ਪਹਿਲਾਂ ਕਹਾਣੀ ਸੁਣਾਈ, ਉਹਨਾਂ ਦੇ ਅੱਗੇ ਜਿਹੜਾ ਆ ਉਹ ਇੱਕ ਫ਼ਰਕ ਸਿਰਫ ਇਸ ਵੇਲੇ ਇਹ ਹੈ ਕਿ ਉਸ ਵੇਲੇ ਕਿਸਾਨ ਨੂੰ ਇਹ ਦੱਸਣ ਵਾਲਾ ਕੋਈ ਨਹੀਂ ਸੀ ਕਿ ਕੁੱਤਾ ਨਹੀਂ ਗਾਂ ਹੈ, ਗਾਂ ਨਹੀਂ ਕੁੱਤਾ ਆ। ਇਹ ਸਮਝਾਉਣ ਵਾਲਾ ਵੀ ਇਹ ਹਕੀਕਤ 'ਚ ਤੈਨੂੰ ਠੱਗ ਰਹੇ ਨੇ, ਇਹ ਗਾਂ ਹੀ ਹੈ। ਪਰ ਅੱਜ BJP ਇਹ ਦੱਸਣ ਨੂੰ ਬੈਠੀ ਹੈ। ਅੱਜ ਉਹ ਜ਼ਰੂਰ ਇਸ ਵੇਲੇ ਪ੍ਰਚਾਰ ਦੇ ਵਿੱਚ ਆ ਗਏ ਹੋਣਗੇ, ਪਰ ਅਸੀਂ ਜਾਵਾਂਗੇ, ਕਿਸਾਨਾਂ ਦੀ ਜਥੇਬੰਦੀਆਂ ਨਾਲ ਵੀ ਮਿਲਾਂਗੇ, ਕਿਸਾਨਾਂ ਨਾਲ ਵੀ ਮਿਲਾਂਗੇ ਔਰ ਉਹਨਾਂ ਨੂੰ ਸਮਝਾਵਾਂਗੇ ਕਿ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਉਹ ਕਿਸਾਨ ਦੇ ਹਿੱਤ 'ਚ ਨੇ। ਕਿਤੇ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਕਿਸਾਨਾਂ ਦੇ ਐਂਟੀ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕਿਸਾਨ ਦੇ ਖਿਲਾਫ ਹੋ ਜਾਏ। ਔਰ ਜਿਸ ਦਿਨ ਤੋਂ ਆਈ ਹੈ, ਜਿੰਨੇ ਬਜਟ ਆਏ ਆ ਉਹਨਾਂ ਨੂੰ ਅਗਰ ਤੁਸੀਂ ਦੇਖ ਲਓ ਤੇ ਕਿਸਾਨਾਂ ਨੂੰ ਮੁੱਖ ਰੱਖ ਕੇ ਹੀ ਸਾਰੇ ਬਜਟ ਆਏ, ਖੇਤੀ ਨੂੰ ਮੁੱਖ ਰੱਖ ਕੇ ਬਜਟ ਆਏ। ਅਤੇ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਜੀ ਦੀ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਕੰਮ। ਤੁਸੀਂ ਕਹਿੰਦੇ ਕਿ ਇਸ ਵੇਲੇ ਜਿਹੜੀਆਂ ਸਿਆਸੀ ਧਿਰਾਂ ਆ ਉਹ 4 ਠੱਗਾਂ ਦਾ ਕੰਮ ਕਰ ਰਹੀਆਂ ਨੇ ਔਰ ਕਿਸਾਨ ਨੂੰ ਜਿਹੜੇ ਇਹ ਖੇਤੀ ਬਿੱਲ ਉਹਦੇ ਨਫੇ ਦੇ ਆ, ਨੁਕਸਾਨ ਦੇ ਦੱਸ ਕੇ ਜਿਹੜਾ ਉਹਨੂੰ ਗੁੰਮਰਾਹ ਕਰ ਰਹੀਆਂ ਨੇ। ਅਤੇ ਜਦੋਂ ਅਸੀਂ ਪੰਜਾਬ ਦੀਆਂ ਪਰਿਸਥਿਤੀਆਂ ਦੇਖਦੇ ਹਾਂ, ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਉਤਰੀਆਂ। ਤੁਹਾਡੇ ਕਹਿਣ ਦੇ ਮੁਤਾਬਕ ਜਿਹੜਾ ਉਹ ਗੁੰਮਰਾਹ ਨੇ,
ਸਿਆਸੀ ਪਾਰਟੀਆਂ ਵੱਲੋਂ ਗੁੰਮਰਾਹ ਕੀਤੇ ਗਏ ਨੇ। ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਜੇ ਸਾਨੂੰ ਸਰਕਾਰ ਕਹਿੰਦੀ ਹੈ ਕਿ ਇਹਦੇ ਨਾਲ ਲਾਭ ਹੋਏਗਾ, ਅਸੀਂ ਇਦਾਂ ਦਾ ਲਾਭ ਲੈਣਾ ਹੀ ਨਹੀਂ ਹੈ, ਇਹਨਾਂ ਨੂੰ ਵਾਪਸ ਲੈ ਲਿਆ ਜਾਵੇ। ਸਿਰਫ ਇੱਕ ਚੀਜ਼ ਕਾਨੂੰਨ ਹੋਰ ਇਹਦੇ 'ਚ ਜੋੜ ਦਿਆ ਜਾਵੇ ਕਿ MSP ਤੋਂ ਘੱਟ ਖਰੀਦ ਭਾਵੇਂ ਨਿੱਜੀ ਕੰਪਨੀਆਂ ਆ ਜਾਣ ਤੇ ਭਾਵੇਂ ਇਹ ਕਾਨੂੰਨ ਦੇ ਮੁਤਾਬਕ ਖਰੀਦ ਹੋਵੇ, ਨਹੀਂ ਹੋਏਗੀ। ਹੁਣ ਪੰਜਾਬ ਦੀ BJP ਨੇ ਪੰਜਾਬ ਦੇ ਵਿੱਚ ਹੀ ਸਿਆਸਤ ਕਰਨੀ ਆ, ਪੰਜਾਬ ਦੇ ਲੋਕਾਂ ਤੋਂ ਹੀ ਵੋਟਾਂ ਲੈਣੀਆਂ, ਤੇ ਜੇ ਪੰਜਾਬ ਦੇ ਲੋਕ ਇਹਨਾਂ ਬਿੱਲਾਂ ਤੋਂ ਕਹਿ ਸਕਦੇ ਗੁੱਸੇ 'ਚ ਨੇ, ਨਾਰਾਜ਼ ਨੇ, ਤੇ ਉਹਨਾਂ ਪਰਿਸਥਿਤੀਆਂ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਕਿਵੇਂ ਸਮਝਾਏਗੀ ਉਹਨਾਂ ਨੂੰ ਜਾ ਕੇ ਕਿ ਇਹ ਤੁਹਾਡੇ ਨਫੇ ਦਾ? ਲੱਗਦਾ ਨਹੀਂ ਹੈ ਕਿ ਜਦੋਂ ਇਹ ਆਰਡੀਨੈਂਸ ਲਿਆਂਦਾ ਗਿਆ ਸੀ, ਘੱਟੋ ਘੱਟ ਉਸ ਤੋਂ ਪਹਿਲਾਂ ਬਣਾਉਣ ਵੇਲੇ ਹੀ ਕਿਸਾਨ ਜਥੇਬੰਦੀਆਂ ਨੂੰ ਥੋੜ੍ਹਾ ਭਰੋਸੇ 'ਚ ਲੈ ਲਿਆ ਜਾਂਦਾ ਤੇ ਜ਼ਿਆਦਾ ਬਿਹਤਰ ਹੋਣਾ ਸੀ, ਇਹ ਪਰਿਸਥਿਤੀਆਂ ਨਹੀਂ ਪੈਦਾ ਹੋਣੀਆਂ ਸੀ। ਦੇਖੋ, ਅੱਜ ਤੱਕ ਜਿੰਨੇ ਵੀ ਮੈਂ ਮੀਡੀਆ ਦੀ ਗੱਲ ਕਰ ਲਈ ਹੈ ਜਾਂ ਬਾਕੀ ਵਿਦਵਾਨਾਂ ਦੀ, ਉਹ ਇਹ ਤਾਂ ਕਿਤੇ ਨਹੀਂ ਆਉਂਦੇ ਕਿ ਬਿੱਲ ਹੈ ਕੀ, ਬਿੱਲ ਦੇ ਵਿੱਚ ਫਾਇਦਾ ਕੀ ਆ, ਨੁਕਸਾਨ ਕੀ ਆ, ਇਹਦੇ ਉੱਤੇ ਕਿਤੇ ਵੀ ਤੁਸੀਂ ਚਰਚਾ ਨਹੀਂ ਦੇਖ ਰਹੇ ਜੀ। ਚਰਚਾ ਤਾਂ ਕੁਝ ਹੋਰ ਹੀ ਕਰੀ ਜਾਂਦੇ ਆ। ਹਕੀਕਤ ਦੇ ਵਿੱਚ ਇਸ ਬਿੱਲਾਂ ਦੇ ਵਿੱਚ ਹੈ ਕੀ ਆ? ਔਰ ਤੁਸੀਂ ਕਹਿੰਦੇ ਕਿ ਉਹ ਕਹਿੰਦੇ ਨੇ ਅਸੀਂ ਫਾਇਦਾ ਨਹੀਂ ਲੈਣਾ ਚਾਹੁੰਦੇ। ਇਸ ਬਿੱਲ 'ਚ ਤਾਂ ਇਹ ਵੀ ਕਿਹਾ ਆ ਕਿ ਤੁਸੀਂ ਇਸ ਬਿੱਲ ਦੇ ਮੁਤਾਬਕ ਅਗਰ ਮੰਨ ਲਓ ਕਿ ਪ੍ਰਾਈਵੇਟ ਕੰਪਨੀਆਂ ਨੂੰ ਨਹੀਂ ਤੁਸੀਂ ਦੇਣਾ ਚਾਹੁੰਦੇ, ਤੁਸੀਂ ਚਾਹੁੰਦੇ ਆ ਕਿ ਮੈਂ ਮੰਡੀ 'ਚ ਹੀ ਵੇਚਣੀ ਆ, ਤੁਸੀਂ ਚਾਹੁੰਦੇ ਮੈਂ ਆੜ੍ਹਤੀਆਂ ਨੂੰ, ਤਾਂ ਉਸੇ ਤਰੀਕੇ ਨਾਲ ਵੇਚੋ ਤੁਸੀਂ, ਕਿਉਂਕਿ ਮੰਡੀ ਦੇ ਵਿੱਚ ਪੰਜਾਬ 'ਚ 8.5% ਜਿਹੜੀ ਆ ਫੀਸ ਲੱਗਦੀ ਹੈ। ਜੇ ਕਿਸਾਨ ਕਿਤੇ ਵੀ ਵੇਚਦਾ ਆ, ਇਸ ਕਾਨੂੰਨ ਦੇ ਮੁਤਾਬਕ ਉਹ ਕਿਤੇ ਵੀ ਵੇਚਣ ਜਾਏਗਾ, ਉਹਨੂੰ ਜਿਹੜੀ ਉਹ ਫੀਸ ਦਵੇ ਨਾ ਦਵੇ ਉਹਦੇ 'ਤੇ ਕੋਈ ਜ਼ਰੂਰੀ ਨਹੀਂ ਆ। ਪਹਿਲਾਂ ਦੇ ਮੁਤਾਬਕ ਇਹ ਸੀ ਕਿ ਮੰਡੀ ਦੇ ਥਰੂ ਹੀ ਜਾਂਦੀ ਸੀ, ਆੜ੍ਹਤੀ ਥਰੂ ਹੀ ਜਾਂਦੀ ਸੀ, ਔਰ ਉਹਦੀ ਮੰਡੀ ਫੀਸ ਦੇਣੀ ਹੀ ਪੈਂਦੀ ਸੀ। ਹੁਣ ਉਹ ਅਗਰ ਕਿਤੇ ਜਾਏਗਾ ਅਤੇ ਜੇ ਉਹਨੂੰ ਭਾਅ ਜ਼ਿਆਦਾ ਮਿਲਦਾ, ਮੰਨ ਲਓ ਮੰਡੀ ਦੇ ਵਿੱਚ ਅਗਰ ਜੇ 600 ਰੁਪਇਆ ਮਿਲਦਾ ਤਾਂ ਬਾਹਰ ਉਹਨੂੰ 1200 ਰੁਪਇਆ ਮਿਲਣ ਡਿਆ ਜਾਂ 1000 ਰੁਪਇਆ ਮਿਲਣ ਡਿਆ, ਤਾਂ ਜਾ ਕੇ ਬਾਹਰ ਵੇਚ ਲਵੇ। ਇੱਕ ਤਾਂ ਦੋ ਫਾਇਦੇ ਹੋਣਗੇ, ਇੱਕ ਉਹਨੂੰ ਭਾਅ ਜ਼ਿਆਦਾ ਮਿਲ ਗਿਆ, ਦੂਸਰਾ ਉਹਨੂੰ 8.5% ਜਿਹੜਾ ਟੈਕਸ ਜੋ ਵੀ ਇਹਨਾਂ ਦੀ ਮੰਡੀ ਫੀਸਾਂ ਸੀਗੀਆਂ ਉਹ ਤੋਂ ਰਹਿਤ ਹੋ ਗਿਆ। ਪਰ ਫਿਰ ਵੀ ਕਿਸਾਨ ਚਾਹੁੰਦਾ ਕਿ ਮੈਂ ਤਾਂ ਮੰਡੀ 'ਚ ਹੀ ਵੇਚਣੀ ਹੈ, ਵੇਚ ਲਵੇ, ਉਹਨੂੰ ਕਿਸੇ ਨੇ ਰੋਕਿਆ ਥੋੜ੍ਹਾ। ਇਸ ਦੇ ਬਿੱਲ ਦੇ ਵਿੱਚ ਤਾਂ ਖੁੱਲ੍ਹੀ ਛੁੱਟੀ ਜਿਹੜੀ ਕਿਸੇ ਨੂੰ ਦਿੱਤੀ ਹੈ ਤਾਂ ਕਿਸਾਨ ਨੂੰ ਦਿੱਤੀ ਹੈ। ਉਹਦੀ ਮਰਜ਼ੀ ਆ ਉਹ ਮੰਡੀ 'ਚ ਵੇਚੇ, ਉਹਦੀ ਮਰਜ਼ੀ ਆ ਉਹ ਦੂਸਰੇ ਸੂਬੇ 'ਚ ਵੇਚੇ, ਉਹਦੀ ਮਰਜ਼ੀ ਆ ਕਿ ਉਹ ਬਾਹਰ ਵੇਚਣੇ, ਕਿਤੇ ਵੀ ਵੇਚੇ, ਉਹਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ। ਔਰ ਜਿੱਥੇ ਉਹਨੂੰ ਲੱਗਦਾ ਕਿ ਮੈਨੂੰ ਫਲਾਨੀ ਜਗ੍ਹਾ 'ਤੇ ਭਾਅ ਜ਼ਿਆਦਾ ਮਿਲਦਾ ਉੱਥੇ ਵੇਚੇ। ਇਹਦੇ 'ਚ ਦੱਸੋ ਕੀ ਨੁਕਸਾ? ਜੇ ਉਹ ਕਹਿੰਦਾ ਮੈਂ ਮੰਡੀ 'ਚ ਵੇਚਣਾ ਤਾਂ ਵੇਚ ਲਵੇ। ਦੂਸਰਾ ਕੋਈ ਕਹਿੰਦਾ ਕੰਟਰੈਕਟ ਬੇਸਿਸ ਦੇ ਉੱਤੇ ਗਲਤ ਕਰਨ ਦਾ। ਕੰਟਰੈਕਟ ਬੇਸਿਸ ਦੇ ਉੱਤੇ ਪਹਿਲਾਂ ਕੀ ਸੀਗਾ? ਪਹਿਲਾਂ ਇਹ ਸੀ ਕਿ ਜਿਹੜਾ ਠੇਕੇ 'ਤੇ ਕੋਈ ਜ਼ਮੀਨ ਲੈ ਲੈਂਦਾ ਸੀ, ਅਗਰ ਕਿਤੇ ਕਿਸਾਨ ਦਾ ਨੁਕਸਾਨ ਹੋ ਜਾਂਦਾ ਸੀ ਤਾਂ ਝੱਲਣਾ ਕਿਹਨੂੰ ਪੈਂਦਾ ਸੀ? ਕਿਸਾਨ ਨੂੰ ਪੈਂਦਾ ਸੀ। ਜਦੋਂ ਝੱਲਣਾ ਪੈਂਦਾ ਸੀ ਉਹ ਕਰਜ਼ੇ ਦੀ ਮਾਰ ਹੇਠ ਆ ਜਾਂਦਾ ਸੀ ਤਾਂ ਉਹਦੀ ਜ਼ਮੀਨ ਜ਼ਬਤ ਤੱਕ ਕਰਨ ਤੱਕ ਵੀ ਤੁਰ ਪੈਂਦੇ ਸੀ। ਇਸ ਬਿੱਲ ਦੇ ਵਿੱਚ ਇਹ ਲਿਖ ਦਿੱਤਾ ਸਿੱਧੇ ਤੌਰ 'ਤੇ ਕਿ ਜਿਹੜਾ ਆ ਕੋਈ ਵੀ ਠੇਕੇਦਾਰ ਮਤਲਬ ਜਿਹੜਾ ਕੰਟਰੈਕਟ 'ਤੇ ਜ਼ਮੀਨ ਲਏਗਾ, ਉਹ ਕਿਸੇ ਵੀ ਹਾਲਤ ਦੇ ਵਿੱਚ ਕਿਸਾਨ ਦੀ ਜ਼ਮੀਨ ਲੈ ਹੀ ਨਹੀਂ ਸਕਦਾ। ਉਹਦੇ 'ਚ ਕਲਾਜ਼ ਲਿਖਣੀ ਪਏਗੀ, ਉੱਦਾਂ ਐਗਰੀਮੈਂਟ ਹੀ ਨਹੀਂ ਹੋਏਗਾ, ਮੰਨਿਆ ਹੀ ਨਹੀਂ ਹੋਏਗਾ। ਉਹ ਮੰਨਿਆ ਹੈ ਕਿ ਵੀ ਉਹਦਾ ਜਿਹੜਾ ਐਗਰੀਮੈਂਟ ਆ ਫਸਲ ਦੇ ਲਈ ਹੋਏਗਾ। ਨੰਬਰ 2, ਜਦੋਂ ਉਹਦਾ ਐਗਰੀਮੈਂਟ ਹੋਏਗਾ ਉਸ ਵੇਲੇ ਹੀ ਤੈਅ ਹੋਏਗਾ ਕਿ ਅਸੀਂ ਫਸਲ ਦਾ ਮੁੱਲ, ਮੰਨ ਲਓ ਤੁਸੀਂ ਟਮਾਟਰ ਵੇਚਦੇ ਆ ਔਰ ਇੱਕ ਮੋਟੇ ਰੂਪ 'ਚ ਅਸੀਂ ਤੈਅ ਕਰ ਲੈਂਦੇ ਕਿ 10 ਰੁਪਏ ਜਿਹੜਾ ਇਹਦਾ ਟਮਾਟਰ ਦਾ ਰੇਟ ਹੋਏਗਾ। ਅਸੀਂ ਤੈਅ ਕਰ ਲਿਆ ਕਿ ਕਿਸਾਨ ਨੂੰ ਕੀ ਮਿਲੇਗਾ? 10 ਰੁਪਏ। ਮਾਰਕੀਟ ਦੇ ਵਿੱਚ ਅਗਰ ਕਿਤੇ ਉਹਨੂੰ 10 ਰੁਪਏ ਤੋਂ ਵੱਧ ਹੋ ਗਿਆ ਤੇ ਠੇਕੇਦਾਰ ਨੂੰ ਉਹਨੂੰ ਮਾਰਕੀਟ ਤੋਂ ਵੱਧ ਰੇਟ ਦੇਣਾ ਪਏਗਾ। ਅਗਰ ਕਿਤੇ ਮਾਰਕੀਟ ਦਾ ਰੇਟ ਘਟ ਗਿਆ ਪਰ ਠੇਕੇਦਾਰ ਨੂੰ ਉਹ 10 ਰੁਪਏ ਦੇ ਹਿਸਾਬ ਨਾਲ ਹੀ ਦੇਣਾ ਪਏਗਾ। ਨੁਕਸਾਨ ਠੇਕੇਦਾਰ ਚੱਲੇਗਾ, ਕਿਸਾਨ ਨਹੀਂ ਚੱਲੇਗਾ। ਦੱਸੋ ਇਹਦੇ 'ਚ ਕਿਸਾਨ ਦਾ ਕਿੱਥੇ ਨੁਕਸਾਨ ਹੋ ਗਿਆ? ਦੂਸਰਾ, ਇਹ ਜਿਹੜਾ ਕਿਸਾਨ ਅਗਰ ਉੱਥੇ ਕੋਈ ਸਟਰਕਚਰ ਮੰਨ ਲਓ ਠੇਕੇ 'ਤੇ ਦਿੱਤੀ ਹੈ ਅਤੇ ਠੇਕੇਦਾਰ ਉੱਥੇ ਕੋਈ ਸਟਰਕਚਰ ਬਣਾਉਂਦਾ ਆਪਣੇ, ਚਾਹੇ ਫੂਡ ਪ੍ਰੋਸੈਸਿੰਗ ਲਈ ਲਾ ਜਾਂ ਕੁਛ ਵੀ ਤਰੀਕੇ ਦਾ ਆਪਣਾ ਕੋਈ ਸ਼ੈੱਡ ਬਣਾਉਂਦਾ, ਕੁਛ ਬਣਾਉਂਦਾ, ਜਾਂ ਤਾਂ ਉਹ ਠੇਕੇਦਾਰ ਜਾਂਦਾ ਹੋਇਆ ਆਪਣਾ ਪੱਟ ਕੇ ਲੈ ਜਾਵੇ ਔਰ ਉੱਥੇ ਉਹਨੂੰ ਜ਼ਮੀਨ ਉਸੇ ਤਰ੍ਹਾਂ ਜਿਸ ਤਰ੍ਹਾਂ ਦੀ ਉਹਨੇ ਲਈ ਸੀ ਉਸ ਤਰ੍ਹਾਂ ਦੀ ਉਹਦੀ ਵਾਹੀਯੋਗ ਜ਼ਮੀਨ ਉਹਨੂੰ ਬਣਾ ਕੇ ਦੇ ਜਾਏ। ਨੰਬਰ 1। ਜੇ ਉਹ ਨਹੀਂ ਲਿਜਾਣਾ ਚਾਹੁੰਦਾ, ਮੰਨ ਲਓ ਰਹਿੰਦਾ, ਤਾਂ ਉਹਦੀ ਮਾਲਕੀ ਜਿਹੜੀ ਆ ਉਹ ਕਿਸਾਨ ਦੀ ਹੋਏਗੀ ਔਰ ਉਹ ਕਿਸਾਨ ਨੂੰ ਕਹਿ ਨਹੀਂ ਸਕਦਾ ਕਿ ਮੇਰਾ ਇੰਨਾ ਖਰਚਾ ਹੋਇਆ ਅਤੇ ਮੈਨੂੰ ਇੰਨਾ ਫਾਇਦਾ ਦੇ। ਦੱਸੋ ਇਹਦੇ 'ਚ ਕਿੱਥੇ ਕਿਸਾਨ ਦਾ ਨੁਕਸਾਨ ਹੋਇਆ? ਸੋ ਇਹ ਕਿਸਾਨ ਦਾ, ਮੈਂ ਤਾਂ ਕਹਿੰਦਾ ਕਿ ਹਰ ਐਂਗਲ ਦੇ ਉੱਤੇ ਤੁਸੀਂ ਸਾਡੇ ਨਾਲ ਕਿਤੇ ਵੀ ਕੋਈ ਵੀ ਜਿਹੜਾ ਆ ਉਹ ਆਣ ਕੇ ਸਾਨੂੰ ਦੱਸੇ ਕਿ ਇਹ 'ਚ ਆਹ ਨੁਕਸਾ। ਤਾਂ ਫਿਰ ਤੁਹਾਡੇ ਨਾਲ ਇੱਕ ਗੱਲ ਕੋਸ਼ਿਸ਼ ਕਰਾਂਗੇ ਕਿ ਬਹੁਤ ਛੇਤੀ ਜਿਹੜੀ ਆ ਇਹਨਾਂ ਨੁਕਤਿਆਂ ਦੇ ਉੱਤੇ, ਕੱਲੀ ਚੀਜ਼ ਦੇ ਉੱਤੇ, ਆਰਡੀਨੈਂਸ ਦੇ ਬਾਰੇ ਜਾਂ ਜਿਹੜਾ ਕਾਨੂੰਨ ਬਣ ਗਿਆ ਇਹ, ਇਹਦੇ ਬਾਰੇ ਕਿਹੜੇ ਸ਼ੰਕੇ ਆ ਅਤੇ ਭਾਰਤੀ ਜਨਤਾ ਪਾਰਟੀ ਕਿਹੜੇ ਨੁਕਤਿਆਂ 'ਤੇ ਕਹਿੰਦੀ ਹੈ ਕਿ ਕਿਸਾਨ ਹਿਤੈਸ਼ੀ ਹੈ
ਤੇ ਬਾਕੀ ਧਿਰਾਂ ਜਿਹੜੀਆਂ ਖੁਦ ਕਿਸਾਨ ਕਹਿੰਦਾ ਕਿ ਮੇਰੇ ਲਈ ਹਿਤੈਸ਼ੀ ਨਹੀਂ। 2-3 ਨੁਕਤੇ ਤੁਸੀਂ ਚੱਕਿਆ, ਆਪਾਂ ਸਿਰਫ ਉਹਨਾਂ ਤੇ ਗੱਲ ਕਰਨੀ ਆ ਹੁਣ ਅਖੀਰ ਦੇ ਵਿੱਚ, ਕਿਉਂਕਿ ਤੁਸੀਂ ਕਿਹਾ ਕਿ ਇਹਨਾਂ ਤੇ ਗੱਲ ਨਹੀਂ ਹੁੰਦੀ, ਆਹ ਨਫੇ ਹੁੰਦੇ ਆ। ਤੁਸੀਂ ਜਦੋਂ ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਆ, ਤੁਸੀਂ ਕਹਿੰਦੇ ਆ ਕਿ ਉਹ ਜਿਹੜਾ ਆ ਉਹ ਕੰਟਰੈਕਟ 'ਚ ਲਿਖਿਆ ਜਾਏਗਾ, ਜਿਹੜਾ ਕੰਟਰੈਕਟਰ ਹੋਏਗਾ ਉਹਦੀ ਫਸਲ ਚੱਕੇਗਾ, ਭਾਅ ਪਹਿਲਾਂ ਤੈਅ ਹੋਏਗਾ। ਨਾਲ ਦੀ ਨਾਲ ਦੱਸਿਆ ਜਾ ਰਿਹਾ ਕਿ ਮੱਦ ਇਹ ਵੀ ਹੈ ਵਿੱਚ ਕਿ ਕੰਟਰੈਕਟਰ ਜਿਹੜਾ ਕਿਸਾਨ ਦੀ ਜ਼ਮੀਨ ਦੇ ਉੱਤੇ ਕਰਜ਼ਾ ਲੈ ਸਕਦਾ, ਤੇ ਕਰਜ਼ਾ ਜੇ ਉਹ ਕੰਟਰੈਕਟ ਛੱਡ ਕੇ ਜਿਹੜਾ ਕੰਟਰੈਕਟਰ ਚਲਾ ਜਾਂਦਾ, ਕਰਜ਼ਾ ਜਿਹੜਾ ਕਿਸਾਨ ਦੇ ਸਿਰ ਆ ਜਾਏਗਾ। ਇਹਦੇ ਤੋਂ ਇਲਾਵਾ ਨਾ ਇਹ ਕਿਤੇ ਨਹੀਂ ਹੈਗਾ ਕਿਸਾਨ ਦੇ ਸਿਰ ਤੇ ਕਰਜ਼ਾ, ਕਿਸਾਨ ਸਿਰ ਤੇ ਨਹੀਂ, ਠੇਕੇਦਾਰ ਨੇ ਜਿਹੜਾ ਕਰਜ਼ਾ ਲਿਆ ਉਸ ਜ਼ਮੀਨ ਤੇ ਨਹੀਂ ਲਏਗਾ ਜੀ, ਉਹ ਕਿਸਾਨ ਦੀ ਜ਼ਮੀਨ ਤੇ, ਜ਼ਮੀਨ ਦੇ ਉੱਤੇ ਕਿਸੇ ਨੇ ਕਰਜ਼ਾ ਲੈਣਾ ਤਾਂ ਕਿਸਾਨ ਹੀ ਲਏਗਾ, ਠੇਕੇਦਾਰ ਦਾ ਕੰਮ ਨਹੀਂ ਹੈ। ਕਿਸਾਨ ਦੀ ਜ਼ਮੀਨ ਦਾ ਮਾਲਕ ਕਿਸਾਨ ਹੀ ਰਹੇਗਾ, ਔਰ ਠੇਕੇਦਾਰ ਉਸ ਜ਼ਮੀਨ ਦੇ ਉੱਤੇ ਨਾ ਤਾਂ ਕਰਜ਼ਾ ਲੈ ਸਕਦਾ, ਨਾ ਉਸ ਜ਼ਮੀਨ ਨੂੰ ਗਿਰਵੀ ਰੱਖ ਸਕਦਾ। ਰੱਖੇਗਾ ਕੌਣ? ਉਹ ਕਿਸਾਨ ਰੱਖੇਗਾ ਔਰ ਕਿਸਾਨ ਦੀ ਮਰਜ਼ੀ ਆ ਕਿ ਰੱਖਣਾ ਕਿ ਨਹੀਂ ਰੱਖਣਾ। ਔਰ ਜਿਹੜਾ ਠੇਕੇਦਾਰ ਨੂੰ ਉਸ ਫਸਲ ਦੇ ਬੀਜ ਦੇ ਇਹ ਦਾ ਉਹਦਾ ਸਾਰਾ ਖਰਚਾ ਜਿਹੜਾ ਉਹਨੂੰ ਅਵੇਲ ਕਰਨਾ ਪਏਗਾ। ਨਾਲ ਹੀ ਆ ਜਿਹੜਾ ਭਾਅ ਵਾਲਾ ਜਿਹੜਾ ਨੁਕਤਾ ਹੈ ਵੀ ਆਪਾਂ ਗੱਲ ਕਰ ਲੈਂਦੇ ਹਾਂ। ਤੁਸੀਂ ਕਿਹਾ ਕਿ ਬਾਹਰ ਵੇਚਦਾ ਤੇ ਉਹਨੂੰ ਵੱਧ ਮਿਲ ਜਾਣਗੇ, ਕਿਉਂਕਿ ਇਹਨਾਂ ਆਰਡੀਨੈਂਸਾਂ ਦੇ ਵਿੱਚ ਇਹ ਵੀ ਨੁਕਤਾ ਆਇਆ ਆ ਕਿ ਸਿੱਧੇ ਤੌਰ ਤੇ ਜੇ ਕਿਸਾਨ ਜਿਹੜਾ ਉਹ ਬਾਹਰ ਵੇਚਦਾ ਆ, ਉਹਦਾ ਕਿਸੇ ਲੈਣ ਦੇਣ ਨੂੰ ਲੈ ਕੇ ਕੰਪਨੀਆਂ ਦੇ ਨਾਲ ਕੋਈ ਕਲੈਸ਼ ਹੋ ਜਾਂਦਾ, ਕੋਈ ਪੇਮੈਂਟ ਨਹੀਂ ਮਿਲਦੀ। ਇੱਥੇ ਤਾਂ ਆ ਹਾਲ ਆ ਕਿ ਗੰਨੇ ਦੀਆਂ ਜਿਹੜੀਆਂ ਕੀਮਤਾਂ, ਜਿਹੜਾ ਫਸਲ ਸੁੱਟੀ ਜਾਂਦੀ ਆ 4-4 5-5 ਸਾਲ ਉਹਨੂੰ ਦੀ ਕੀਮਤ ਮਿਲਦੀ ਨਹੀਂ ਆ, ਉਹਦੇ ਤੱਕ ਨਹੀਂ ਪਹੁੰਚਦੀ। ਤੇ ਜੇ ਇੱਦਾਂ ਦੀਆਂ ਪ੍ਰਸਥਿਤੀਆਂ ਹੋ ਜਾਂਦੀਆਂ ਤੇ ਕਿਸਾਨ ਅਦਾਲਤ 'ਚ ਵੀ ਨਹੀਂ ਜਾ ਸਕਦਾ, ਉਹਨੂੰ ਪਹਿਲਾਂ SDM ਕੋਲ ਜਾਣਾ ਪਏਗਾ, ਫਿਰ DC ਕੋਲ ਜਾਣਾ ਪਏਗਾ, ਤੇ ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਦੀ ਕੌਣ ਸੁਣੇਗਾ ਤੇ ਵੱਡੀਆਂ ਕੰਪਨੀਆਂ ਦੀ ਜਿਹੜੀ ਆ ਉਹ ਘੱਟ ਸੁਣਵਾਈ ਹੋਏਗੀ। ਫਿਰ ਦੇਖੋ ਇਹ ਵੀ ਇੱਕ ਝੂਠ ਪ੍ਰਚਾਰ ਹੈ ਕਿ ਕਿਸਾਨ ਜਿਹੜਾ ਕੋਰਟ 'ਚ ਨਹੀਂ ਜਾ ਸਕਦਾ। SDM ਦੀ ਕਲਾਸ ਜਾਂ DC ਦੀ ਕਲਾਸ ਇਸ ਕਰਕੇ ਪਾਈ ਹੈ ਕਿ ਛੋਟਾ ਕਿਸਾਨ ਜਿਹੜਾ ਆ ਉਹ ਵਕੀਲ ਦੀ ਫੀਸ ਵੀ ਨਹੀਂ ਦੇ ਸਕਦਾ। ਛੋਟਾ ਕਿਸਾਨ ਜਿਹੜਾ ਅਦਾਲਤਾਂ 'ਚ ਚੱਕਰ ਲਗਾਉਣ ਤੋਂ ਗੁਰੇਜ਼ ਕਰਦਾ, ਔਰ ਇਸ ਕਰਕੇ ਕਿ ਵਕੀਲ ਔਰ ਕਿਸਾਨ ਤੋਂ ਇਲਾਵਾ SDM ਦੇ ਕੋਲ ਜਾ ਕੇ ਅਪਰੋਚ ਕਰਕੇ ਕਿ SDM ਉਸ ਬੰਦਿਆਂ ਦੇ ਉੱਤੇ ਜਾ ਕੇ 2 ਬੰਦੇ ਨਿਯੁਕਤ ਕਰੇਗਾ। ਮੰਨ ਲਓ ਇੱਕ ਪੰਚਾਇਤੀ ਤੌਰ ਤੇ 2 ਸਾਲ ਸੋਨਾ ਦੇ 2 ਸਾਲ ਸੋਨਾ ਦੇ ਪਾ ਕੇ ਉਹਨਾਂ ਨੂੰ ਕਹੇਗਾ ਕਿ ਫੈਸਲਾ ਇਹਦਾ ਕਰਕੇ ਦਿਓ, ਔਰ ਉਹ ਫੈਸਲਾ ਕਿਸਾਨ ਨੂੰ ਅਗਰ ਨਹੀਂ ਮਨਜ਼ੂਰ ਜੀ ਤੇ ਉਹ ਕੈਂਸਲ, ਜਿਹੜਾ ਉਹਦੇ ਪਹਿਲਾਂ ਸ਼ਰਤਾਂ ਜਿਹੜੀਆਂ ਉਹ ਕਿਸਾਨ ਦੇ ਹਿੱਤ 'ਚ ਹੋਣਗੀਆਂ। ਨੰਬਰ 1, ਅਗਰ ਉਹ ਠੇਕੇਦਾਰ ਜਾਂ ਉਹ ਨਹੀਂ ਹੁੰਦਾ ਤਾਂ ਫਿਰ ਉਹ DC ਕੋ ਜਾ ਸਕਦਾ, ਔਰ ਜੇ ਨਹੀਂ ਹੈ ਤਾਂ ਫਿਰ ਉਹ ਅਦਾਲਤ 'ਚ ਵੀ ਜਾ ਸਕਦਾ। ਪਰ ਅਗਰ ਉਹ ਸਿੱਧਾ ਵੀ ਚਾਹੇ ਕਿ ਮੈਂ ਅਦਾਲਤ ਜਾਣਾ ਤਾਂ ਕਿਤੇ ਰੋਕ ਨਹੀਂ ਹੈ। ਦੱਸਿਓ ਕਿੱਥੇ ਲਿਖਿਆ? ਇਹ ਵੀ ਝੂਠ ਦਾ ਇੱਕ ਪ੍ਰਚਾਰ ਆ ਕਿ ਉਹ ਜੇ ਅਦਾਲਤ 'ਚ ਹੀ ਨਹੀਂ ਜਾ ਸਕਦਾ ਉਹ DC ਤੋਂ ਬਾਅਦ ਅੱਗੇ ਜਾਏਗਾ ਨਹੀਂ, ਫਲਾਨਾ ਨਹੀਂ। ਇਹ ਵੀ ਝੂਠ ਦਾ ਪ੍ਰਚਾਰ ਆ। ਹਿੰਦੁਸਤਾਨ ਦੇ ਵਿੱਚ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਤਾਂ ਲੋਕ ਜਿਹੜਾ ਇੱਕ ਇੰਪਲਾਈ ਆਪਣੇ ਮਹਿਕਮੇ ਦੇ ਆਪਣੇ ਅਫਸਰਾਂ ਦੇ ਖਿਲਾਫ ਹਾਈ ਕੋਰਟ 'ਚ ਜਾ ਸਕਦਾ ਆਪਣੀਆਂ ਬਦਲੀਆਂ ਰੁਕਾਉਣ ਦੇ ਲਈ, ਤੇ ਕਿਸਾਨ ਨੂੰ ਕਿੱਦਾਂ ਤੁਸੀਂ ਰੋਕ ਸਕਦੇ ਆ ਜੀ? ਇਹ ਝੂਠ ਦਾ ਪ੍ਰਚਾਰ ਹੈ। ਲੋਕਤੰਤਰ 'ਚ ਤਾਂ ਸੰਭਵ ਹੀ ਨਹੀਂ ਕਿ ਕਿਸੇ ਵੀ ਦੇਸ਼ ਦੇ ਨਾਗਰਿਕ ਨੂੰ ਤੁਸੀਂ ਕੋਰਟ 'ਚ ਜਾਣ ਤੋਂ ਰੋਕ ਦਿਓਗੇ। ਸੋ ਇਹ ਝੂਠ ਦਾ ਪ੍ਰਚਾਰ ਜਿਹੜਾ ਹੋਣ ਡਿਆ ਇਹ ਵੀ ਗਲਤ ਹੈ। ਆਖਰੀ ਸਵਾਲ, ਲੋਕਤੰਤਰ ਦੀ ਤੁਸੀਂ ਗੱਲ ਕੀਤੀ, ਲੋਕ ਜਦ ਸੜਕਾਂ ਤੇ ਆ, ਕਿਸਾਨ ਜਦ ਸੜਕਾਂ ਤੇ ਆ, ਲੋਕ ਕਹਿੰਦੇ ਇਹ ਸਾਨੂੰ ਆਰਡੀਨੈਂਸ ਨਹੀਂ ਚਾਹੀਦੇ, ਬਾਵਜੂਦ ਇਸ ਦੇ ਜਿਹੜਾ ਆ ਇਸ ਕਰੋਨਾ ਦੇ ਦੌਰ ਤੇ ਵਿੱਚ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਇਹਨੂੰ ਕਾਨੂੰਨ ਬਣਾ ਦਿੰਦੀ ਆ। ਰਾਜ ਸਭਾ ਦੇ ਵਿੱਚ ਨੁਕਤਿਆਂ ਦੀ ਗੱਲ ਕਰੀਏ, ਰਾਜ ਸਭਾ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ ਇਸ ਆਰਡੀਨੈਂਸ ਨੂੰ ਪਾਸ ਕਰਨ ਸਮੇਂ ਤੁਹਾਡੀ ਜਾਣਕਾਰੀ ਦੇ ਵਿੱਚ ਵੀ ਹੈ, ਸਾਡੀ ਜਾਣਕਾਰੀ ਦੇ ਵਿੱਚ ਵੀ ਹੈ, ਤੇ ਲੋਕਾਂ ਦੀ ਜਾਣਕਾਰੀ ਦੇ ਵਿੱਚ ਵੀ ਹੈ। ਉਹ ਜਦੋਂ ਤੁਸੀਂ ਕਹਿੰਦੇ ਕਿ ਤੁਹਾਡੇ ਕੋਲ ਨੰਬਰ ਵੀ ਪੂਰੇ ਸੀ, ਡਿਵੀਜ਼ਨ ਨਹੀਂ ਕਰਾਈ ਜਾਂਦੀ ਉੱਥੇ। ਬੀਬੀ ਜਗੀਰ ਕੌਰ ਨੇ ਸਿੱਧੇ ਤੌਰ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੋਲ ਨੰਬਰ ਹੈ ਨਹੀਂ ਸੀ, ਇਸ ਕਰਕੇ ਜਾਣਬੁੱਝ ਕੇ ਧੱਕੇ ਨਾਲ ਹੀ ਜਿਹੜਾ ਉਹ ਕਾਨੂੰਨ ਪਾਸ ਕਰ ਲਿਆ। ਕੀ ਇਹ ਲੋਕਤੰਤਰ ਦਾ ਤਰੀਕਾ ਹੈ ਇਸ ਤਰੀਕੇ ਨਾਲ ਕਰਨਾ, ਜਾਂ ਡਿਵੀਜ਼ਨ ਕਰਵਾਈ ਜਾ ਸਕਦੀ ਸੀ ਕਿ ਘੱਟੋ ਘੱਟ ਲੋਕਾਂ ਨੂੰ ਤਾਂ ਪਤਾ ਲੱਗਦਾ ਕਿ ਸੱਚ ਕੀ ਤੇ ਝੂਠ ਕੀ? ਦੇਖੋ ਇਸ ਤਰ੍ਹਾਂ ਆ, ਕਿਹਨੇ ਕੀ ਕਿਹਾ ਮੈਂ ਉਹਦੇ ਤੇ ਨਹੀਂ ਜਾਵਾਂਗਾ, ਪਰ ਇਹ ਵੀ ਮੈਂ ਕਹਾਂਗਾ ਕਿ ਝੂਠ ਦਾ ਪ੍ਰਚਾਰ ਹੋਣ ਡਿਆ। ਰਾਜ ਸਭਾ ਦੇ ਵਿੱਚ ਜਦੋਂ VOTING ਦੇ ਟਾਈਮ ਤੇ ਜਿਹੜਾ ਬਿੱਲ 'ਚ ਆ ਜਾਂਦਾ, ਜਦੋਂ ਬਿੱਲ 'ਚ ਰੌਲਾ ਪੈਂਦਾ ਉਦੋਂ ਡਿਵੀਜ਼ਨ ਨਹੀਂ ਹੁੰਦੀ। ਨੰਬਰ 1, ਜਿਹੜਾ ਬੰਦਾ ਬਿੱਲ ਦੇ ਵਿੱਚ ਖੜਾ ਆ ਉਹ ਆਪਣੀ ਗੱਲ ਨਹੀਂ ਰੱਖੇ, ਉਹਦੀ ਆਫੀਸ਼ੀਅਲੀ ਜਾਂ ਉਹਦੀ ਨਹੀਂ ਸੁਣੀ। ਬਾਰ-ਬਾਰ ਜਿਹੜਾ ਉਸ ਵੇਲੇ ਉਪ ਸਭਾਪਤੀ ਜਿਹੜੇ ਆ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਆਪਣੀ ਸੀਟ ਤੇ ਬੈਠੋ, ਆਪਣੀ ਸੀਟ ਤੇ ਗੱਲ ਕਰੋ। ਉਹ ਸੀਟ ਤੇ ਬੈਠਣ ਦੀ ਬਜਾਏ ਜਾਂ ਤਾਂ ਕੋਈ ਬਾਈਕਾਟ ਕਰਕੇ ਚਲੇ ਜਾਂਦਾ, ਜਾਂ ਕੋਈ ਬਿੱਲ ਦੇ ਵਿੱਚ ਬੈਠਾ ਰੌਲਾ ਪਾਈ ਜਾਂਦਾ। ਭਾਵ ਉਹ ਡਿਵੀਜ਼ਨ ਦੀ ਮੰਗ ਕਿਸੇ ਮੰਨ ਲਓ ਕਿੱਥੇ ਹੋਏਗੀ ਜਿੰਨਾ ਚਿਰ ਰੌਲਾ ਪੈਣ ਡਿਆ। ਜਦੋਂ ਇੱਕ ਲੋਕਤੰਤਰ ਦੀ ਮਰਿਆਦਾ, ਲੋਕ ਸਭਾ ਦੇ ਵਿੱਚ ਵੀ ਕਾਰਵਾਈ ਔਰ ਰਾਜ ਸਭਾ 'ਚ ਵੀ ਕਾਰਵਾਈ ਕਰਨ ਦਾ ਇੱਕ ਤਰੀਕਾ ਸੰਵਿਧਾਨ ਹੁੰਦਾ। ਬਿੱਲ ਦੇ ਵਿੱਚ ਰੌਲਾ ਪੈਂਦਾ ਹੋਵੇ ਤਾਂ ਡਿਵੀਜ਼ਨ ਕਿੱਦਾਂ ਹੋ ਸਕਦੀ ਹੈ? ਫਿਰ ਦੂਸਰੀ ਬਿੱਲ ਦੇ ਵਿੱਚ ਬੈਠ ਕੇ ਤੁਸੀਂ ਆਪਣੀ ਗੱਲ ਜਿਹੜੀ ਉਹ ਰਿਕਾਰਡ 'ਚ ਨਹੀਂ ਆ ਸਕਦੀ।
ਤੁਸੀਂ ਉਸ ਪਾਸੇ ਕਿਸੇ ਦਾ ਡਿਵੀਜ਼ਨ ਜਾਂ VOTING ਵੱਲ ਨੂੰ ਤਾਂ ਧਿਆਨ ਹੀ ਨਹੀਂ ਸੀਗਾ। ਸਾਰਿਆਂ ਦਾ ਧਿਆਨ ਤਾਂ ਸੀਗਾ ਕਿ ਆਪਾਂ ਇਹਦੇ ਕੰਮ ਨੂੰ ਡਿਸਟਰਬ ਕਰਨਾ ਹੈ। ਇਹ ਲੋਕਤੰਤਰ ਦੀ ਮਰਿਆਦਾ ਦੇ ਖਿਲਾਫ ਸੀ। ਔਰ ਜਿਹੜਾ ਉੱਥੇ ਉਪ ਸਭਾਪਤੀ ਨੇ ਬਾਰ-ਬਾਰ ਕਹਿਣ ਤੋਂ ਬਾਅਦ ਉਹ ਸੀਟ ਤੇ ਨਹੀਂ ਬੈਠੇ, ਜਿਹੜੇ ਬੈਠੇ ਆ ਉਹਨਾਂ ਦੀ ਸਹਿਮਤੀ ਜਿਹੜੀ ਆ ਉਹ ਹੋਣੀ ਜ਼ਰੂਰੀ ਸੀ, ਉਹ ਹੋਈ ਹੈ। ਇਹ ਨੁਕਤਾ ਆਪਣਾ ਹੋ ਸਕਦਾ, ਨਜ਼ਰੀਆ ਆਪਣਾ ਹੋ ਸਕਦਾ। ਜਿਹੜਾ ਇੰਡੀਅਨ ਐਕਸਪ੍ਰੈਸ ਦੀ ਇੱਕ ਖਬਰ ਦੀ ਮੈਂ ਗੱਲ ਜ਼ਰੂਰ ਕਰਾਂਗਾ ਇੱਥੇ, ਕਿਉਂਕਿ ਨਿਯਮ ਇਹ ਵੀ ਕਹਿੰਦੇ ਆ ਕਿ ਜੇ ਤੁਸੀਂ ਆਪਣੀ ਸੀਟ ਤੇ ਨਹੀਂ ਬੈਠੇ ਤਾਂ ਤੁਸੀਂ ਡਿਵੀਜ਼ਨ ਦੀ ਮੰਗ ਨਹੀਂ ਕਰ ਸਕਦੇ। ਪਰ ਜਿਹੜੇ ਸਾਂਸਦ ਡਿਵੀਜ਼ਨ ਦੀ ਮੰਗ ਕਰ ਰਹੇ ਸੀ, ਇੰਡੀਅਨ ਐਕਸਪ੍ਰੈਸ ਨੇ ਬਕਾਇਦਾ ਲੋਕ ਸਭਾ ਰਾਜ ਸਭਾ ਟੀਵੀ ਦੇ ਚੈਨਲ ਤੋਂ ਉਹ ਤਸਵੀਰਾਂ ਲਾਈਆਂ ਕਿ ਡਿਵੀਜ਼ਨ ਦੀ ਮੰਗ ਜਿਹੜੀ ਆ ਉਹ ਆਪਣੀ ਸੀਟ ਤੇ ਬੈਠ ਕੇ ਜਿਹੜੇ ਸਾਂਸਦ ਕਰ ਰਹੇ ਸੀ ਉਹਨਾਂ ਦੀ ਵੀ ਨਹੀਂ ਸੁਣੀ ਜਾ ਰਹੀ। ਭਾਰਤੀ ਜਨਤਾ ਪਾਰਟੀ ਦਾ ਆਪਣਾ ਨੁਕਤਾ ਹੋ ਸਕਦਾ। ਸਾਂਪਲਾ ਸਾਹਿਬ, ਅੱਜ ਕੋਸ਼ਿਸ਼ ਤਾਂ ਇਹੀ ਸੀ, ਕੱਲੀ ਆਪਾਂ ਗੱਠਜੋੜ ਦੇ ਉੱਤੇ ਗੱਲ ਕਰਨੀ ਆ ਕਿ ਜਿਹੜੀ ਤੜਕ ਕਰਕੇ ਟੁੱਟੀ ਹੈ, ਸਥਿਤੀਆਂ ਕਿਹੋ ਜਿਹੀਆਂ ਬਣੀਆਂ, ਅੱਗੇ ਕੀ ਭਵਿੱਖ ਹੋਏਗਾ। ਪਰ ਮੈਨੂੰ ਲੱਗਦਾ ਕਿ ਆਰਡੀਨੈਂਸਾਂ ਦਾ ਜਿਹੜਾ ਮੂਲ, ਜਿਹੜੀ ਚੂਲ ਜਿਹੜੀ ਹੈ ਇਸ ਗੱਠਜੋੜ ਦੇ ਟੁੱਟਣ ਦੀ ਵੀ ਤੇ ਇਸ ਵੇਲੇ ਦੀਆਂ ਸਿਆਸੀ ਪਰਿਸਥਿਤੀਆਂ ਦੀ ਵੀ ਹੈ। ਆਪਾਂ ਨੂੰ ਇੱਕ ਇੰਟਰਵਿਊ ਹੋਰ ਕਰਨੀ ਪੈਗੀ, ਬਕਾਇਦਾ ਜਿਹੜੇ ਆਰਡੀਨੈਂਸਾਂ ਦੀਆਂ ਕਾਪੀਆਂ ਵੀ ਆਪਾਂ ਲਾਗੇ ਰੱਖਾਂਗੇ, ਕੱਲਾ ਨੁਕਤਾ ਖੋਲ ਕੇ, ਬਿਲਕੁਲ ਖੋਲ ਕੇ ਜਿਹੜਾ ਆਪਾਂ ਸਮਝਾਵਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਆ ਤੁਸੀਂ ਕਹਿੰਦੇ ਕਿ ਠੱਗ ਜਿਹੜੇ ਰਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਪਿਆ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਆਪਣੇ ਤਰੀਕੇ ਨਾਲ ਜਿਹੜਾ ਆ ਉਹਦੇ ਪੱਖ ਦੇ ਵਿੱਚ ਆ, ਕਿਸਾਨਾਂ ਦੇ ਪੱਖ ਦੇ ਵਿੱਚ ਆ ਔਰ ਫਾਇਦੇਮੰਦ ਹੈ ਕਿਸਾਨਾਂ ਲਈ। ਉਹਦੇ ਉੱਤੇ ਇੱਕ ਵਿਸਥਾਰਤ ਆਪਾਂ ਚਰਚਾ ਜਿਹੜੀ ਬਕਾਇਦਾ ਜ਼ਰੂਰ ਕਰਾਂਗੇ। ਫਿਲਹਾਲ ਅੱਜ ਦੀ ਗੱਲਬਾਤ ਜਿਹੜੀ ਗੱਠਜੋੜ ਤੇ ਸੀਗੀ ਆਪਣੀ, ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਥੈਂਕ ਯੂ ਜੀ, ਬਹੁਤ ਧੰਨਵਾਦ। ਔਰ ਮੈਂ ਵੀ ਕਹਾਂਗਾ ਕਿ ਜਿਹੜੀਆਂ ਤੁਸੀਂ ਅਖਬਾਰਾਂ ਦੀਆਂ ਗੱਲਾਂ ਕੀਤੀਆਂ, ਉਹ ਜ਼ਰੂਰੀ ਨਹੀਂ ਕਿ ਅਖਬਾਰ ਦੀ ਗੱਲ ਸੱਚੀ ਹੋਵੇ, ਹਕੀਕਤ ਦੀ ਕਢਾ ਕੇ ਦੇਖ ਲਿਓ। ਔਰ ਜਦੋਂ ਬਿੱਲ 'ਚ ਰੌਲਾ ਪੈਂਦਾ ਹੋਵੇ ਉਦੋਂ ਡਿਵੀਜ਼ਨ ਨਹੀਂ ਹੁੰਦੀ, ਇੱਕ ਹੈ। ਔਰ ਠੀਕ ਹੈ ਕਿ ਮੀਡੀਆ ਦੀ ਗੱਲ ਨੂੰ ਹੀ ਆਪਾਂ ਕੋਈ ਆਧਾਰ ਮੰਨ ਕੇ ਆਪਾਂ ਕੋਈ ਗੱਲ ਨਹੀਂ ਕਹਿ ਸਕਦੇ। ਪਰ ਮੈਂ ਇਹ ਕਹਾਂਗਾ ਕਿ ਲੋਕਤੰਤਰ ਦੀ ਮਰਿਆਦਾ ਨੂੰ ਵੀ ਖਿਆਲ ਕੀਤਾ ਗਿਆ, ਕਿਸਾਨਾਂ ਦੇ ਹਿੱਤਾਂ ਦੀ ਵੀ ਗੱਲ ਕੀਤੀ ਗਈ ਹੈ ਔਰ ਗੱਠਜੋੜ ਧਰਮ ਨਿਭਾਉਣ ਦੇ ਵਿੱਚ ਵੀ ਕੋਈ ਕੋਰ ਕਸਰ BJP ਨੇ ਨਹੀਂ ਛੱਡੀ। ਕੋਈ ਛੱਡ ਕੇ ਚਲਾ ਗਿਆ ਤਾਂ ਅਸੀਂ ਉਹਨੂੰ ਰੋਕ ਵੀ ਨਹੀਂ ਸਕਦੇ। ਧੰਨਵਾਦ, ਬਹੁਤ ਸ਼ੁਕਰੀਆ। ਦਾਅਵੇ ਅਖੀਰ ਤੱਕ ਕਿਸੇ ਵੀ ਤਰੀਕੇ ਦੇ ਹੋ ਸਕਦੇ ਆ। ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਦੇ ਆਪਣੇ ਦਾਅਵੇ ਹੋ ਸਕਦੇ ਆ। ਮੀਡੀਆ ਦੇ ਵਿੱਚ ਕੁਝ ਖਬਰਾਂ ਕਿਸੇ ਤਰੀਕੇ ਦੀਆਂ ਆ ਸਕਦੀਆਂ, ਕੁਝ ਖਬਰਾਂ ਕਿਸੇ ਤਰੀਕੇ ਦੀਆਂ ਆ ਸਕਦੀਆਂ। ਪਰ ਜੋ ਅਸੀਂ ਦੇਖਿਆ, ਜੋ ਅਸੀਂ ਜਿਹੜੀ ਗੱਲਬਾਤ ਹੋਈ, ਉਹਦਾ ਪ੍ਰਤੱਖ ਪ੍ਰਮਾਣ ਤੇ ਪ੍ਰਤੱਖ ਜਵਾਬ ਜਿਹੜੇ ਆ ਉਹ ਵਿਜੇ ਸਾਂਪਲਾ ਹੋਰਾਂ ਨੇ ਤੁਹਾਡੇ ਸਾਹਮਣੇ ਜਿਹੜੇ ਰੱਖਦੇ ਆ। ਫਿਲਹਾਲ ਇਹ ਗੱਠਜੋੜ ਤੱਕ ਸੀਮਤ ਸਾਡੀ ਗੱਲਬਾਤ ਸੀ। ਅਜੇ ਆਰਡੀਨੈਂਸ ਜਿਹੜੀ ਚੂਲ ਆ ਉਹਦੇ ਉੱਤੇ ਵਿਸਥਾਰਤ ਗੱਲ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਵਿਜੇ ਸਾਂਪਲਾ ਹੋਰਾਂ ਦੇ ਨਾਲ ਹੀ ਇਸੇ ਤਰੀਕੇ ਨਾਲ ਬੈਠ ਕੇ ਕੀਤੀ ਜਾਵੇ। ਕੁਝ ਤੰਦਾਂ ਖੋਲੀਆਂ ਜਾਣ, ਜਿਹੜੇ ਮੁਗਾਲਤੇ ਨੇ ਕਿਸਾਨਾਂ ਨੂੰ ਮੁਗਾਲਤੇ ਨੇ, ਸਿਆਸੀ ਧਿਰਾਂ ਗੁੰਮਰਾਹ ਕਰ ਰਹੀਆਂ ਨੇ, ਜਾਂ ਫਿਰ ਭਾਰਤੀ ਜਨਤਾ ਪਾਰਟੀ ਨੂੰ ਹੀ ਮੁਗਾਲਤੇ ਨੇ, ਉਹ ਸਾਰਾ ਕੁਝ ਖੋਲ ਕੇ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਫਿਲਹਾਲ ਦਿਓ ਇਜਾਜ਼ਤ, ਮੇਰੇ ਸਹਿਯੋਗੀ ਪ੍ਰਵੀਨ ਬੌਬੀ ਤੇ ਆਪਣੇ ਜਸਵੀਰ ਨੂੰ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟਸਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।